ਵਿੱਚ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਪਟ ਸਹਿਬਾਨ ਵੱਲੋਂ ਸਤਿਗੁਰੂ ਮਹਾਰਾਜ ਜੀ ਦੀ ਉਸਤਤ ਕਰਦਿਆਂ ਸਵਈਏ ਰੂਪ ਵਿੱਚ ਜੋ ਅੰਮ੍ਰਿਤਮਈ ਬਚਨਾਂ ਦਾ ਉਚਾਰਨ ਹੋਇਆ, ਅੱਜ ਦੇ ਅੰਮ੍ਰਿਤਮਈ ਪਾਵਨ ਬਚਨ ਭਾਈ ਸਾਹਿਬ ਜੀ ਪਾਸੋਂ ਜੋ ਆਪ ਜੀਆਂ ਨੇ ਸਰਵਨ ਕੀਤੇ ਹਨ, ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਵਿੱਚ ਪਟ ਸਹਿਬਾਨ ਜੋ ਉਸਤਤ ਕਰ ਰਹੇ ਨੇ, ਇੱਕ ਮਨ ਇੱਕ ਚਿਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇੱਕ ਓੰਕਾਰ ਸਤ ਗੁਰ ਪ੍ਰਸਾਦ। ਧਰਮ ਕਰਮ ਪੂਰੈ ਸਤਿਗੁਰ ਪਾਈ ਹੈ, ਜਾ ਕੀ ਸੇਵਾ ਸਿੱਧ ਸਾਧ ਮਨ ਜਨ ਸੁਰ ਨਰ ਜਾਚੈ। ਸ਼ਬਦ ਸਾਰ ਏਕ ਲਿਵ ਲਾਈ ਹੈ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਅੰਮ੍ਰਿਤਮਈ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਸਤਤ ਵਿੱਚ ਵਡਿਆਈ ਕਰਦਿਆਂ ਹੋਇਆਂ ਪਟ ਸਹਿਬਾਨਾਂ ਵੱਲੋਂ ਪਾਵਨ ਸਵਈਏ ਰੂਪ ਵਿੱਚ ਬਾਣੀ ਦਾ ਉਚਾਰਨ ਹੋਇਆ। ਅੱਜ ਦਾ ਜੋ ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਭੱਟ ਨਲ ਜੀ ਵੱਲੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1398 ਦੇ ਉੱਪਰ ਸੁਭਾਏਮਾਨ ਹੈ। ਭੱਟ ਨਲ ਜੀ ਜੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸੋਝੀ ਹੋਈ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੀਵਨ ਦਾ ਜੋ ਗਿਆਨ ਮਿਲਿਆ, ਆਪਣੀ ਰਸਨਾ ਤੋਂ ਉਚਾਰਨ ਕਰਕੇ ਸਾਨੂੰ ਸੰਸਾਰੀ ਜੀਵਾਂ ਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਜਿਹੜਾ ਧਰਮ ਦਾ ਕਰਮ ਹੈ ਉਹ ਪੂਰੇ ਸਤਿਗੁਰੂ ਜੀ ਨੂੰ ਪ੍ਰਾਪਤ ਕਰਕੇ ਹੀ ਸਮਝ ਵਿੱਚ ਆਉਂਦਾ ਹੈ ਕਿ ਧਰਮ ਦੇ ਨਾਮ ਤੇ ਕਿਹੜਾ ਕਰਮ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ। ਸ੍ਰੇਸ਼ਟ ਕਰਮ ਔਰ ਸ੍ਰੇਸ਼ਟ ਧਰਮ ਕੀ ਹੈ। ਜਦੋਂ ਦੁਨੀਆ ਦੇ ਵਿੱਚ ਵੇਖਦੇ ਹਾਂ ਤਾਂ ਧਰਮ ਦੇ ਨਾਮ ਦੇ ਉੱਤੇ ਬਹੁਤ ਕਰਮ ਹੋ ਰਹੇ ਨੇ, ਅਣਗਿਣਤ ਕਰਮ ਦੁਨੀਆ ਦੇ ਵਿੱਚ ਧਰਮ ਦੇ ਨਾਮ ਤੇ ਹੋ ਰਹੇ ਨੇ, ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਕਰਮ ਕਾਂਡ, ਪਰ ਹੈ ਉਹ ਧਰਮ ਦੇ ਨਾਮ ਦੇ ਉੱਤੇ। ਧਰਮ ਦੀ ਆੜ ਵਿੱਚ ਜਿਹੜੇ ਕਰਮ ਹੋ ਰਹੇ ਨੇ ਉਹਨੂੰ ਕਰਮ ਕਾਂਡ ਦਾ ਨਾਮ ਦਿੱਤਾ ਗਿਆ। ਜਦੋਂ ਅਸੀਂ ਪੂਰੇ ਸਤਿਗੁਰੂ ਜੀ ਨੂੰ ਮਿਲਾਂਗੇ, ਪੂਰੇ ਸਤਿਗੁਰੂ ਨੂੰ ਪ੍ਰਾਪਤ ਕਰਾਂਗੇ, ਪੂਰੇ ਸਤਿਗੁਰੂ ਦੇ ਰਾਹੀਂ ਸਾਨੂੰ ਸਮਝ ਆਏਗੀ ਕਿ ਪਰਮੇਸ਼ਵਰ ਦਾ ਨਾਮ ਧਿਆਉਣਾ, ਪਰਮੇਸ਼ਵਰ ਦਾ ਨਾਮ ਜਪਣਾ ਇਹੀ ਸਭ ਤੋਂ ਉੱਤਮ ਕਰਮ ਹੈ। ਪਰਮੇਸ਼ਵਰ ਦੇ ਹੁਕਮ ਦੇ ਵਿੱਚ ਚੱਲਣਾ, ਉਹਦੀ
ਕੁਦਰਤ ਦੇ ਵਿੱਚ ਰਹਿ ਕੇ ਉਸ ਕਾਦਰ ਨੂੰ ਸਮਝ ਕੇ ਚੱਲਣਾ, ਇਹੀ ਸਭ ਤੋਂ ਵੱਡਾ ਧਰਮ ਹੈ। ਅਸੀਂ ਧਰਮ ਦੇ ਵਿੱਚ ਕਰਮ ਤਾਂ ਕਰ ਰਹੇ ਹਾਂ, ਪਰ ਸਾਨੂੰ ਸੋਝੀ ਨਹੀਂ, ਸਮਝ ਨਹੀਂ, ਗਿਆਨ ਨਹੀਂ। ਨਾ ਗਿਆਨ ਹੋਣ ਕਰਕੇ ਜਿਸ ਤਰ੍ਹਾਂ ਕੋਈ ਕਹਿੰਦਾ ਹੈ ਉਸੇ ਤਰ੍ਹਾਂ ਕਰੀ ਜਾ ਰਹੇ ਹਾਂ। ਜਿੱਦਾਂ ਸਾਨੂੰ ਕੋਈ ਕਹਿੰਦਾ ਹੈ ਜਿੰਨੇ ਵਾਰ ਨੇ ਉਨੇ ਤਰ੍ਹਾਂ ਦੇ ਕਰਮ ਨੇ, ਜਿੰਨੀਆਂ ਥਿੱਤਾਂ ਨੇ ਉਨੇ ਤਰ੍ਹਾਂ ਦੇ ਕਰਮ ਨੇ। ਸਵੇਰ ਦਾ ਕਰਮ ਹੋਰ ਹੈ, ਸ਼ਾਮ ਦਾ ਹੋਰ ਹੈ, ਅੱਜ ਹੋਰ ਹੈ, ਕੱਲ ਹੋਰ ਹੈ। ਦੁਨੀਆ ਜਿਹੜੀ ਹੈ ਇਸੇ ਧਰਮ ਦੇ ਜਿਹੜੇ ਕਰਮ ਦੁਨੀਆ ਵਿੱਚ ਦੱਸੇ ਗਏ ਨੇ ਉਹਨਾਂ ਵਿੱਚ ਹੀ ਉਲਝ ਕੇ ਰਹਿ ਗਈ। ਤੇ ਕਈ ਵਾਰੀ ਬੰਦਾ ਸੋਚਦਾ ਹੈ ਕਿ ਇੰਨੇ ਕਰਮ ਕਰਨ ਵਾਲੇ ਨੇ ਧਰਮ ਦੀ ਦੁਨੀਆ 'ਚ, ਮੈਂ ਕਿਹੜੇ ਕਰਮ ਜਿਹੜੇ ਆ ਉਹ ਕਦੋਂ ਕਰਾਂ। ਸੋਮਵਾਰ ਇਹ ਕਰਨਾ ਹੈ, ਮੰਗਲਵਾਰ ਇਹ ਕਰਨਾ ਹੈ, ਬੁੱਧਵਾਰ ਆਹ ਕਰਮ ਕਰਨਾ ਹੈ। ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਅਸੀਂ ਮਿਲਦੇ ਹਾਂ, ਸਤਿਗੁਰੂ ਦਾ ਮਤਲਬ ਹੈ ਜਿਹਦੇ ਕੋਲ ਸੱਚਾ ਗਿਆਨ ਹੈ, ਫਾਰਮੈਲਿਟੀ ਨਹੀਂ ਹੈ, ਦਿਖਾਵਾ ਨਹੀਂ ਹੈ, ਕੋਈ ਝੂਠ ਨਹੀਂ ਹੈ, ਛਲ ਨਹੀਂ ਹੈ, ਫਰੇਬ ਨਹੀਂ ਹੈ, ਠੱਗੀ ਨਹੀਂ ਹੈ। ਧਰਮ ਦੀ ਦੁਨੀਆ 'ਚ ਕਰਮ ਕਰਵਾਉਣ ਵਾਲੇ ਬੜੇ ਤਰ੍ਹਾਂ ਦੀਆਂ ਠੱਗੀਆਂ ਮਾਰਦੇ ਨੇ। ਧਰਮ ਦੀ ਦੁਨੀਆ ਵਿੱਚ ਕਰਮ ਦੱਸਣ ਵਾਲੇ ਵੀ ਤੁਸੀਂ ਆਹ ਕਰਮ ਕਰੋ, ਆਹ ਕਰਮ ਕਰੋ, ਉਹ ਬੜੇ ਤਰ੍ਹਾਂ ਦਾ ਛਲ ਕਰਦੇ ਨੇ। ਦੁਨੀਆ ਨੂੰ ਧੋਖੇ ਵਿੱਚ ਰੱਖਦੇ ਨੇ, ਸੱਚ ਦਾ ਓਹਲਾ ਰੱਖ ਕੇ ਤੇ ਝੂਠ ਜਿਹੜਾ ਉਹਨੂੰ ਹੀ ਸੱਚ ਬਣਾ ਕੇ ਪੇਸ਼ ਕਰਦੇ ਨੇ, ਔਰ ਨਾ ਸਮਝ ਹੋਣ ਕਰਕੇ ਦੁਨੀਆ ਮਗਰ ਲੱਗਦੀ ਹੈ। ਜਿੰਨੇ ਵੀ ਅਸੀਂ ਧਰਮ ਦੀ ਆੜ ਵਿੱਚ ਕਰਮ ਕਰ ਰਹੇ ਹਾਂ, ਇਹਦੇ ਤੋਂ ਸਾਨੂੰ ਜਿਹੜਾ ਜੰਮ ਤੋਂ ਛੁਟਕਾਰਾ ਚਾਹੀਦਾ ਹੈ ਉਹ ਨਹੀਂ ਮਿਲਣਾ। ਕਰਮ ਧਰਮ ਪਾਖੰਡ ਜੋ ਦੀਸੈ, ਧਰਮ ਦੇ ਨਾਮ ਤੇ ਜੋ ਕਰਮ ਹੋ ਰਿਹਾ ਹੈ ਉਹ ਪਾਖੰਡ ਹੈ। ਪਾਖੰਡ ਦਾ ਮਤਲਬ ਹੁੰਦਾ ਹੈ ਕਿ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਣਾ। ਖੰਡ ਦਾ ਅਰਥ ਹੁੰਦਾ ਟੁਕੜੇ ਹੋਣਾ। ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਣਾ, ਭਾਵ ਅੰਦਰ ਕੁਝ ਹੋਰ ਹੈ, ਬਾਹਰ ਕੁਝ ਹੋਰ ਹੈ। ਜਦੋਂ ਅੰਦਰ ਕੁਝ ਹੋਰ ਹੋਏਗਾ, ਬਾਹਰ ਕੁਝ ਹੋਰ ਹੋਏਗਾ, ਇਹ ਪਾਖੰਡ ਹੈ। ਜੋ ਅਸੀਂ ਧਰਮ ਦੇ ਨਾਮ ਤੇ ਕਰਮ ਕਰ ਰਹੇ ਹਾਂ, ਇਹ ਪਾਖੰਡ ਜਿਹੜਾ ਹੈ ਸਮਾਜ ਵਿੱਚ ਫੈਲਿਆ ਹੋਇਆ, ਤੇ ਇਹਦੇ ਤੋਂ ਫਿਰ ਜੰਮ ਤੋਂ ਛੁਟਕਾਰਾ ਨਹੀਂ ਮਿਲਣਾ। ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜੰਮ ਜਾਗਾਤੀ ਲੂਟੈ। ਜਿਵੇਂ ਕਰ ਵਸੂਲਣ ਵਾਲੇ, ਟੈਕਸ ਵਸੂਲਣ ਵਾਲੇ ਆ ਜਾਂਦੇ ਨੇ, ਛੱਡਦੇ ਨਹੀਂ, ਇਸੇ ਤਰ੍ਹਾਂ ਜਿਹੜੇ ਜੰਮ ਨੇ ਇਹ ਵੀ ਜਾਗਾਤੀ ਨੇ। ਇਹਨਾਂ ਨੇ ਇੱਕ ਦਿਨ ਕਹਿਣ ਲੱਗੇ ਤੈਨੂੰ ਲੁੱਟ ਲੈਣਾ, ਤੈਨੂੰ ਇਹਨਾਂ ਨੇ ਆਪਣੇ ਕਾਬੂ ਕਰ ਲੈਣਾ। ਤੂੰ ਸਾਰੀ ਉਮਰ ਧਰਮ ਦੇ ਨਾਮ ਤੇ ਕਰਮ ਕਰਦਾ ਰਿਹਾ, ਪਰ ਕਰਦਾ ਰਿਹਾ ਸਰੀਰ ਕਰਕੇ। ਸਰੀਰ ਕਰਕੇ ਹੀ ਤੀਰਥ ਦੇ ਕੰਢੇ ਤੇ ਬੈਠਾ ਰਿਹਾ, ਸਰੀਰ ਕਰਕੇ ਵਰਤ ਰੱਖਦਾ ਰਿਹਾ, ਸਰੀਰ ਕਰਕੇ ਪੀਰਾਂ ਫਕੀਰਾਂ ਨੂੰ ਮਨਾਉਂਦਾ ਰਿਹਾ, ਕਦੇ ਸ਼ਨੀ ਨੂੰ ਮਨਾਉਂਦਾ ਰਿਹਾ, ਕਦੇ ਕਿਸੇ ਪੀਰ ਨੂੰ ਮਨਾਉਂਦਾ ਰਿਹਾ। ਬਸ ਇਹੀ ਕਰਮ ਬਾਹਰ ਦੇ ਕਰਦਾ ਰਿਹਾ, ਤੇ ਫਿਰ ਕੀ ਹੋਇਆ? ਧਰਮ ਦੀ ਆੜ ਵਿੱਚ ਕੀਤਾ ਸੀ ਕਰਮ, ਪਰ ਜੰਮ ਜਾਗਾਤੀ ਲੁੱਟੈ। ਜਦੋਂ ਪੂਰੇ ਸਤਿਗੁਰੂ ਨੂੰ ਅਸੀਂ ਮਿਲਾਂਗੇ, ਪੂਰੇ ਸਤਿਗੁਰੂ ਨੂੰ ਪ੍ਰਾਪਤ ਕਰਾਂਗੇ, ਪੂਰੇ ਸਤਿਗੁਰੂ ਦਾ ਮਿਲਾਪ ਸਾਨੂੰ ਹੋਏਗਾ, ਉਦੋਂ ਫਿਰ ਸਾਨੂੰ ਸਮਝ ਆਏਗੀ ਕਿ ਉੱਤਮ ਕਰਮ ਕਿਹੜਾ ਹੈ, ਸ੍ਰੇਸ਼ਟ ਕਰਮ ਕਿਹੜਾ ਹੈ। ਜਿਹੜਾ ਅਸੀਂ ਧਰਮ ਦੀ ਦੁਨੀਆ ਦੇ ਵਿੱਚ ਕਰਨਾ, ਉਹ ਹੈ ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜਨਾ। ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕ ਆਪਾਂ ਕਿੰਨੀ ਵਾਰ ਵਿਚਾਰ ਚੁੱਕੇ ਹਾਂ ਕਿ ਕਿਸੇ ਨੇ ਆਖਿਆ ਤੂੰ ਆਹ ਧਰਮ ਦੇ ਨਾਂ ਤੇ ਕਰਮ ਕਰ, ਤੈਨੂੰ ਜੋ ਪ੍ਰਾਪਤ ਤੂੰ ਕਰਨਾ ਚਾਹੁੰਦਾ ਉਹਦੀ ਤੈਨੂੰ ਪ੍ਰਾਪਤੀ ਹੋ ਜਾਏਗੀ। ਪਰ ਕਰਨਾ ਕੀ ਹੈ? ਉਹਦੇ ਨਾਮ ਦਾ ਸਿਮਰਨ ਛੱਡ ਕੇ ਕਰਮ ਕਰਨਾ ਹੈ। ਤੇ ਗੁਰੂ ਸਾਹਿਬ ਕਹਿੰਦੇ ਸਾਰੇ ਕਰਮ ਛੱਡ ਕੇ ਤੂੰ ਉਹਦੇ ਨਾਮ ਦਾ ਸਿਮਰਨ ਕਰਨਾ ਹੈ। ਬਸ ਇਹੀ ਫਰਕ ਹੈ। ਦੁਨੀਆ ਵਿੱਚ ਸਾਨੂੰ ਦੱਸਿਆ ਗਿਆ ਕਿ ਤੂੰ ਸਵੇਰੇ ਉੱਠ ਕੇ ਆਹ ਕੰਮ ਕਰ, ਦੁਪਹਿਰੇ ਆਹ, ਸ਼ਾਮ ਨੂੰ ਆਹ ਵਾਲਾ ਕਰਮ ਕਰ।
ਹੁਣ ਦੁਨੀਆ ਵਿੱਚ ਦੱਸਿਆ ਵੀ ਅੱਜ ਇਹ ਕਰਮ ਕਰ, ਕੱਲ ਉਹ ਵਾਲਾ ਕਰਮ ਕਰ। ਮਹਾਰਾਜ ਜੀ ਕਹਿੰਦੇ ਤੂੰ ਇੱਕੋ ਹੀ ਕੰਮ ਕਰ, ਬਸ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਨਿਤ ਉੱਠ ਕੇ ਸਿਰਫ ਤੂੰ ਪ੍ਰਭੂ ਦੀ ਬਾਣੀ ਨਾਲ ਜੁੜ। ਨਿਤ ਉੱਠ ਕੇ ਪਰਮੇਸ਼ਵਰ ਦੇ ਸੱਚੇ ਨਾਮ ਦਾ ਅਭਿਆਸ ਕਰ। ਦਿਨ ਭਾਵੇਂ ਕੋਈ ਹੋਵੇ, ਰੁੱਤ ਭਾਵੇਂ ਕੋਈ ਹੋਵੇ, ਮਹੀਨਾ ਭਾਵੇਂ ਕੋਈ ਹੋਵੇ, ਤੇਰੇ ਲਈ ਸਾਰੀਆਂ ਰੁੱਤਾਂ ਚੰਗੀਆਂ, ਸਾਰੇ ਮਹੀਨੇ ਚੰਗੇ, ਮਹਾਂ ਦਿਵਸ ਮੂਰਤ ਭਲੇ ਹੋ ਜਾਣਗੇ ਤੇਰੇ ਵਾਸਤੇ, ਸਭੇ ਰੁੱਤੀ ਚੰਗੀਆਂ ਹੋ ਜਾਣਗੀਆਂ ਜੇ ਤੂੰ ਨਿਤ ਉੱਠ ਕੇ ਇੱਕੋ ਹੀ ਕਰਮ ਕਰੇ ਤਾਂ। ਪਰ ਦੁਨੀਆ ਵਿੱਚ ਧਰਮ ਦੇ ਨਾਮ ਤੇ ਦੱਸਿਆ ਗਿਆ, ਕਬੀਰ ਹਰਿ ਕਾ ਸਿਮਰਨ ਛਾੜ ਕੇ ਆਹੋਈ ਰਾਖੈ ਨਾਰ, ਗਦਹੀ ਹੋਏ ਕੈ ਅਵਤਰੈ ਭਾਰ ਸਹੈ ਮਨ ਚਾਰ। ਕਬੀਰ ਹਰਿ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ। ਕਿਸੇ ਨੇ ਆਖਿਆ ਰਾਤ ਜਿਹੜਾ ਤੂੰ ਫਲਾਣੀ ਥਾਂ ਤੇ ਜਾ ਕੇ ਦੀਵਾ ਜਗਾ ਕੇ ਆ, ਹਰਿ ਕਾ ਸਿਮਰਨ ਛੱਡ ਕੇ। ਜਿਹੜਾ ਉੱਤਮ ਕਰਮ ਕਰਨਾ ਸੀ ਉਹ ਤੇ ਛਡਾ ਹੀ ਦਿੱਤਾ। ਜਿਹੜਾ ਅਸੀਂ ਸ੍ਰੇਸ਼ਟ ਕਰਮ ਕਰਨਾ ਸੀ ਉਹ ਤਾਂ ਸਾਡੇ ਕੋਲੋਂ ਛਡਵਾ ਕੇ ਸਾਨੂੰ ਆਖਿਆ ਉਹ ਫਲਾਣੀ ਥਾਂ ਤੇ ਦੀਵਾ ਜਗਾ ਆ, ਫਲਾਣਾ ਵਰਤ ਜਿਹੜਾ ਫਲਾਣੇ ਦੇ ਨਾਮ ਦਾ ਰੱਖ ਲੈ ਤੇ ਤੈਨੂੰ ਫਲ ਦੀ ਪ੍ਰਾਪਤੀ ਹੋ ਜਾਏਗੀ। ਇਸ ਲਈ ਅੱਜ ਭੱਟ ਜੀ ਵੀ ਜਿਹੜਾ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਇਹ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਧਰਮ ਕਰਮ ਪੂਰੈ ਸਤਿਗੁਰ ਪਾਈ ਹੈ। ਜਦੋਂ ਪੂਰਾ ਸਤਿਗੁਰੂ ਮਿਲਦਾ ਹੈ, ਸਤਿਗੁਰੂ ਜਿਹਦੇ ਕੋਲ ਸੱਚਾ ਗਿਆਨ ਹੈ, ਫਿਰ ਬੇਨਤੀ ਕਰਾਂ ਜੋ ਸਤਿਗੁਰੂ ਸਾਨੂੰ ਭਰਮ ਦੇ ਵਿੱਚ ਭੁਲੇਖੇ ਵਿੱਚ ਨਹੀਂ ਰੱਖਦਾ। ਸਤਿਗੁਰੂ ਨੂੰ ਜਦੋਂ ਅਸੀਂ ਮਿਲਾਂਗੇ ਪੂਰੇ ਸਤਿਗੁਰੂ ਦੇ ਮਿਲਾਪ ਵਿੱਚ, ਧਰਮ ਕਰਮ ਪਾਈ ਹੈ, ਧਰਮ ਵਿੱਚ ਕਿਹੜਾ ਕਰਮ ਕਰਨਾ ਹੈ ਇਹਦੀ ਸਾਨੂੰ ਪ੍ਰਾਪਤੀ ਹੁੰਦੀ ਹੈ। ਉਸ ਧਰਮ ਦੇ ਵਿੱਚ ਜਿਹੜਾ ਧਰਮ ਸਾਨੂੰ ਨਿਰੰਕਾਰ ਨਾਲ ਜੋੜਦਾ ਹੈ, ਕਿਉਂਕਿ ਦੁਨੀਆ ਵਿੱਚ ਅੱਜ ਧਰਮ ਵੀ ਬਹੁਤ ਹੋ ਗਏ। ਵੈਸੇ ਧਰਮ ਦਾ ਅਰਥ ਹੁੰਦਾ ਹੈ ਮਰਿਆਦਾ। ਹਰ ਇੱਕ ਨੇ ਆਪਣੀ ਆਪਣੀ ਮਰਿਆਦਾ ਸੰਸਾਰ ਦੇ ਵਿੱਚ ਬਣਾਈ। ਹਰ ਇੱਕ ਨੇ ਆਪਣੇ ਆਪਣੇ ਜਿਹੜੇ ਰੂਲ ਨੇ ਉਹਦੇ ਨਾਲ ਹੀ ਜੋੜਿਆ ਹੋਇਆ। ਪਰ ਸਤਿਗੁਰੂ ਜੀ ਨੇ ਸਾਨੂੰ ਉਸ ਧਰਮ ਨਾਲ ਜੋੜਿਆ ਜਿਹੜਾ ਨਿਰੰਕਾਰ ਨਾਲ ਜੋੜਦਾ ਹੈ। ਸਾਨੂੰ ਉਸ ਮਰਿਆਦਾ ਦੇ ਵਿੱਚ ਲਿਆਂਦਾ, ਉਸ ਰਹਿਤ ਵਿੱਚ ਰਹਿਣ ਲਈ ਆਖਿਆ, ਜਿਹੜੀ ਰਹਿਤ ਜਿਹੜੀ ਮਰਿਆਦਾ ਸਾਨੂੰ ਨਿਰੰਕਾਰ ਨਾਲ ਜੋੜਦੀ ਹੈ। ਇਸ ਲਈ ਭੱਟ ਜੀ ਕਹਿ ਰਹੇ ਨੇ ਕਿ ਜਿਹੜਾ ਧਰਮ ਦਾ ਅਸਲ ਕਰਮ ਹੈ ਇਹ ਪੂਰੇ ਸਤਿਗੁਰੂ ਦੇ ਮਿਲਾਪ ਦੇ ਵਿੱਚ ਹੀ ਇਹਦੀ ਜਾਣਕਾਰੀ ਮਿਲਦੀ ਹੈ, ਇਹਦੀ ਪ੍ਰਾਪਤੀ ਜਿਹੜੀ ਹੈ ਉਹ ਹੁੰਦੀ ਹੈ। ਜਾਂ ਕੀ ਸੇਵਾ ਸਿੱਧ ਸਾਧ ਮਨ ਜਨ ਸੁਰ ਨਰ ਜਾਚੈ, ਸ਼ਬਦ ਸਾਰ ਏਕ ਲਿਵ ਲਾਈ ਹੈ। ਬੜੇ ਬੜੇ ਸਿੱਧ ਜੋ ਸਿੱਧੀਆਂ ਪ੍ਰਾਪਤ ਕਰਨ ਵਾਲੇ ਔਰ ਬੜੇ ਬੜੇ ਜਿਹੜੇ ਨੇ ਸਾਧ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਸਾਧ ਦਾ ਚੋਲਾ ਤੇ ਪਹਿਨ ਲਿਆ ਪਰ ਆਪਣੀਆਂ ਇੰਦਰੀਆਂ ਨੂੰ ਅੰਦਰੋਂ ਜਿਹੜਾ ਸੀ ਉਹ ਸਾਧ ਨਾ ਸਕੇ, ਇੰਦਰੀਆਂ ਨੂੰ ਕਾਬੂ ਵਿੱਚ ਨਾ ਕਰ ਸਕੇ। ਬੜੇ ਬੜੇ ਰਿਸ਼ੀ ਮੁਨੀ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ ਕਿ ਇਹ ਬੜਾ ਵੱਡਾ ਰਿਸ਼ੀ ਹੈ, ਬੜਾ ਵੱਡਾ ਰਿਸ਼ੀ ਮੁਨੀ ਹੈ। ਸੁਰ ਨਰ, ਉਹ ਨਰ ਜਿਨ੍ਹਾਂ ਵਿੱਚ ਦੈਵੀ ਗੁਣ ਨੇ। ਸੁਰ ਦਾ ਅਰਥ ਹੁੰਦਾ ਦੇਵਤਾ, ਨਰ ਦਾ ਅਰਥ ਪ੍ਰਾਣੀ, ਉਹ ਪ੍ਰਾਣੀ ਜਿਹਦੇ ਵਿੱਚ ਦੈਵੀ ਗੁਣ ਨੇ। ਕਹਿੰਦੇ ਜੱਚ ਹੈ, ਉਹ ਵੀ ਜਿਹੜੇ ਨੇ ਜਾਚਨਾ ਕਰਦੇ ਨੇ ਕਿ ਕਿਤੇ ਨਾ ਕਿਤੇ ਸਾਨੂੰ ਵੀ ਉਹ ਧਰਮ ਦਾ ਕਰਮ ਕਰਨ ਵਾਸਤੇ ਮਿਲ ਜਾਏ ਜਿਹਦੇ ਨਾਲ ਅਸੀਂ ਜੀਵਨ ਮੁਕਤ ਹੋ ਜਾਈਏ। ਉਹ ਵੀ ਜਾਚਨਾ ਕਰ ਰਹੇ ਨੇ ਕਿ ਅਸੀਂ ਸਿੱਧ ਸਾਧਨਾਵਾਂ ਤੇ ਬੜੀਆਂ ਕੀਤੀਆਂ ਪਰ ਜਿਹੜਾ ਜੰਮ ਜਾਗਾਤੀ ਲੂਟਣ ਵਾਲੀ ਅਵਸਥਾ ਹੈ ਉਹਦੇ ਤੋਂ ਨਹੀਂ ਅਸੀਂ ਬਚ ਪਾ ਰਹੇ। ਅਸੀਂ ਰਿਸ਼ੀ ਮੁਨੀ ਤਾਂ ਕਹਾਉਂਦੇ ਪਏ ਆ, ਬੜੇ ਬੜੇ ਸਾਧ ਤਾਂ ਅਸੀਂ ਕਹਾਉਂਦੇ ਪਏ ਆ, ਪਰ ਸਾਡੇ ਕੋਲ ਉਹ ਅਵਸਥਾ ਨਹੀਂ ਜਿਹਦੇ ਵਿੱਚ ਇੰਦਰੀਆਂ ਨੂੰ ਕਾਬੂ ਕੀਤਾ ਜਾ ਸਕੇ, ਮਨ ਕਾਬੂ ਕੀਤਾ ਜਾ ਸਕੇ।
ਕਰਮ ਤਾਂ ਬਹੁਤ ਕੀਤੇ, ਬੜੇ ਕਰਮ ਕੀਤੇ, ਪਰ ਸਫਲਤਾ ਨਹੀਂ ਮਿਲੀ। ਬਾਹਰੋਂ ਦੁਨੀਆ ਨੇ ਮੋਹਰ ਲਾ ਦਿੱਤੀ ਸਫਲਤਾ ਦੀ, ਪਰ ਅੰਦਰੋਂ ਸਫਲਤਾ ਜਿਹੜੀ ਸੀ ਉਹ ਨਹੀਂ ਮਿਲੀ। ਉਹ ਵੀ ਜਾਚਨਾ ਕਰ ਰਹੇ ਨੇ। ਇਸ ਲਈ ਗੁਰੂ ਰਾਮਦਾਸ ਜੀ ਜਦੋਂ ਤੁਹਾਡੇ ਦਰ ਤੇ ਕੋਈ ਆਉਂਦਾ ਹੈ, ਸ਼ਬਦ ਸਾਰ ਏਕ ਲਿਵ ਲਾਈ ਹੈ। ਤੁਸੀਂ ਸਾਰ ਦਾ ਇੱਥੇ ਅਰਥ ਹੈ ਸ੍ਰੇਸ਼ਟ। ਰਾਰੇ ਅੱਖਰ ਦੇ ਥੱਲੇ ਔਂਕੜ ਹੈ, ਇਹਦਾ ਮਤਲਬ ਹੈ ਸ੍ਰੇਸ਼ਟ। ਸਾਰ ਦਾ ਅਰਥ ਨਿਚੋੜ ਵੀ ਹੁੰਦਾ, ਵੀ ਇਹਦਾ ਸਾਰ ਕੱਢਣਾ, ਇਹਦਾ ਨਿਚੋੜ ਕੱਢਣਾ। ਸਾਰ ਦਾ ਅਰਥ ਲੋਹਾ ਵੀ ਹੁੰਦਾ ਹੈ, ਤੇ ਸਾਰ ਦਾ ਅਰਥ ਸ੍ਰੇਸ਼ਟ ਉੱਤਮ ਵੀ ਹੁੰਦਾ ਹੈ। ਗੁਰੂ ਰਾਮਦਾਸ ਜੀ ਜਿਹੜੀ ਜਾਚਨਾ ਸਿੱਧ ਸਾਧਕ ਮੁਨ ਜਨ ਸੁਰ ਨਰ ਕਰ ਰਹੇ ਨੇ, ਉਹ ਜਿਹੜੀ ਹੈ ਦਾਤ ਤੁਹਾਡੇ ਕੋਲ ਹੈ ਸ਼ਬਦ ਦੀ। ਤੁਸੀਂ ਸ਼ਬਦ ਸ੍ਰੇਸ਼ਟ ਉੱਤਮ ਸ਼ਬਦ ਦੇ ਨਾਲ ਹਰ ਇੱਕ ਨੂੰ ਜੋੜ ਕੇ ਉਹਨਾਂ ਦੀ ਲਿਵ ਨਿਰੰਕਾਰ ਨਾਲ ਜੋੜ ਰਹੇ ਹੋ, ਉਹਨਾਂ ਦੀ ਸੁਰਤ ਸ਼ਬਦ ਨਾਲ ਤੁਸੀਂ ਜੋੜ ਰਹੇ ਹੋ। ਦੁਨੀਆ ਭਟਕ ਰਹੀ ਹੈ, ਦੁਨੀਆ ਸਾਧਨਾਵਾਂ ਕਰ ਰਹੀ ਹੈ, ਭੁੱਖੇ ਰਹਿ ਰਹੀ ਹੈ, ਦੁਨੀਆ ਪਤਾ ਨਹੀਂ ਕਿੰਨੇ ਕਿੰਨੇ ਕਰਮ ਕਰ ਰਹੀ ਹੈ। ਆ ਧਰਮ ਦੇ ਨਾਮ ਤੇ ਆਪਾਂ ਵੇਖਦੇ ਹੀ ਆ ਇੱਕ ਕਰਮ ਕਿ ਆਪਣੇ ਸਰੀਰ ਵਿੱਚੋਂ ਸਰੀਏ ਲੰਘਾ ਲੈਣੇ, ਸਰੀਰ ਵਿੱਚ ਸਰੀਏ ਲੰਘਾ ਕੇ ਤੇ ਫਿਰ ਆ ਸੜਕਾਂ ਤੇ ਰੋਡ ਤੇ ਆਪਾਂ ਦੇਖਦੇ ਆ, ਉਹ ਵੀ ਤਾਂ ਇੱਕ ਧਰਮ ਦੇ ਨਾਮ ਤੇ ਹੀ ਕਰਮ ਕਰ ਰਹੇ ਨੇ। ਪਰ ਗੁਰਬਾਣੀ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਵੀ ਤੂੰ ਆਪਣੇ ਤਨ ਨੂੰ ਦੁੱਖ ਦੇ ਕੇ ਕਾਮਯਾਬ ਹੋ ਸਕਦਾ ਹੈ। ਤਨ ਨੂੰ ਤਕਲੀਫਾਂ ਦੁੱਖ ਵਿੱਚ ਰੱਖ ਕੇ, ਤਨ ਨੂੰ ਤਪਾ ਕੇ ਤੂੰ ਜਿਹੜਾ ਕਾਮਯਾਬ ਹੋ ਸਕਦਾ ਹੈ। ਨਹੀਂ, ਸਾਹਿਬ ਕਹਿੰਦੇ ਜੇ ਤਪਾਉਣਾ ਹੈ ਤੇ ਮਨ ਨੂੰ ਤਪਾ, ਮਨ ਦੀ ਤਪੱਸਿਆ ਕਰ, ਤਨ ਦੀ ਤਪੱਸਿਆ ਨਾ ਕਰ, ਕਿਉਂਕਿ ਤਨ ਦੇ ਨਾਲ ਮਨ ਤੇ ਪ੍ਰਭਾਵ ਨਹੀਂ ਪੈਣਾ। ਮਨ ਤੇ ਕਰਮ ਕਰੇਗਾ ਤੇ ਤਾਂ ਤੇਰੇ ਤਨ ਤੇ ਉਹਦਾ ਅਸਰ ਪ੍ਰਭਾਵ ਦਿਖਾਈ ਦੇਗਾ। ਇਸ ਲਈ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੇਵਲ ਤੇ ਕੇਵਲ ਸ਼ਬਦ ਨਾਲ ਜੋੜਿਆ ਜਾਂਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਤੁਸੀਂ ਜਿਹਦੀ ਜਾਚਨਾ ਸਿੱਧ ਸਾਧ ਮੁਨ ਜਨ ਸੁਰ ਨਰ ਕਰ ਰਹੇ ਨੇ, ਤੁਸੀਂ ਉਹ ਆਏ ਹੋਏ ਨੂੰ ਸ਼ਬਦ ਸਾਰ ਏਕ ਲਿਵ ਲਾਈ ਹੈ। ਤੁਸੀਂ ਉਹਨਾਂ ਨੂੰ ਦਰ ਤੇ ਆਇਆਂ ਨੂੰ ਉੱਤਮ ਸ੍ਰੇਸ਼ਟ ਸ਼ਬਦ ਨਾਲ ਜੋੜ ਕੇ ਉਹਨਾਂ ਦੀ ਲਿਵ ਨਿਰੰਕਾਰ ਦੇ ਨਾਲ ਲਾਉਣ ਵਾਲੇ ਹੋ। ਹੁਨ ਜਾਣੈ ਕੋ ਤੇਰਾ ਅਪਾਰ, ਨਿਰਭਉ ਨਿਰੰਕਾਰ, ਅਕਥ ਕਥਨ ਹਾਰ, ਤੁਝਹਿ ਬੁਝਾਈ ਹੈ। ਭੱਟ ਜੀ ਕਹਿ ਰਹੇ ਨੇ, ਫੁਨ ਜਾਣੈ ਕੋ ਤੇਰਾ ਅਪਾਰ। ਫੁਨ ਦਾ ਅਰਥ ਹੁੰਦਾ ਹੈ ਫਿਰ। ਇੱਕ ਤਾਂ ਤੁਸੀਂ ਸ਼ਬਦ ਉੱਤਮ ਸ਼ਬਦ ਨਾਲ ਜੋੜ ਕੇ ਹਰ ਇੱਕ ਦੀ ਲਿਵ ਨਿਰੰਕਾਰ ਨਾਲ ਜੋੜਦੇ ਹੋ। ਕਿਉਂ? ਇੱਥੇ ਦੇਖੋ, ਥੋੜਾ ਜਿਹਾ ਸਮਝ ਲੈਣਾ। ਸਾਨੂੰ ਦੁਨੀਆ ਵਿੱਚ ਬੜੇ ਭਰਮਾਂ ਵਿੱਚ ਪਾਇਆ ਹੋਇਆ ਹੈ, ਤੇ ਜਿਹੜਾ ਅਸਲ ਸਾਡਾ ਕਾਰਨ ਸੀ ਦੁੱਖ ਦਾ, ਉਹ ਕੋਈ ਵੀ ਦੱਸਣ ਨੂੰ ਤਿਆਰ ਨਹੀਂ। ਬਸ ਕਰਮ ਕਰਾਈ ਜਾਂਦੇ ਨੇ ਵੀ ਸਵੇਰੇ ਆਹ ਕਰ ਲਓ, ਦੁਪਹਿਰੇ ਆਹ ਕਰ ਲਓ, ਸ਼ਾਮੀ ਆਹ ਕਰ ਲਓ, ਅੱਜ ਇਹ ਕਰਮ ਕੱਲ ਉਹ। ਪਰ ਕੋਈ ਇਹ ਤੇ ਕਹਿ ਹੀ ਨਹੀਂ ਰਿਹਾ ਵੀ ਤੇਰੀ ਲਿਵ ਉਹਦੇ ਨਾਲੋਂ ਛੁੜਕੀ ਹੋਈ ਹੈ, ਤੇਰੀ ਉਹਦੇ ਨਾਲੋਂ ਲਿਵ ਜਿਹੜੀ ਹੈ ਸਾਂਝ ਉਹਦੇ ਨਾਲੋਂ ਤੇਰੀ ਟੁੱਟੀ ਹੋਈ ਹੈ। ਤੂੰ ਉਹ ਕਰਮ ਕਰ ਜਿਹਦੇ ਨਾਲ ਤੇਰੀ ਨਿਰੰਕਾਰ ਨਾਲ ਸਾਂਝ ਪੈ ਜਾਏ, ਜਿਹਦੇ ਨਾਲ ਤੇਰੀ ਉਹਦੇ ਨਾਲ ਲਿਵ ਜਿਹੜੀ ਹੈ ਉਹ ਜੁੜ ਜਾਏ, ਤੇਰੀ ਸੁਰਤ ਉਹਦੇ ਨਾਲ ਜੁੜ ਜਾਏ। ਤੇ ਉਹਦੇ ਲਈ ਕੇਵਲ ਇੱਕੋ ਹੀ ਤਰੀਕਾ ਹੈ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੁਸੀਂ ਉਹ ਜਿਹੜੀ ਲਿਵ ਛੁੜਕੀ ਹੋਈ ਹੈ ਨਾ, ਉਹਨੂੰ ਤੁਸੀਂ ਨਿਰੰਕਾਰ ਨਾਲ ਜੋੜਨ ਲਈ ਉੱਤਮ ਸ਼ਬਦ ਸ੍ਰੇਸ਼ਟ ਸਰਮਸ਼ਾ ਜਿਹੜਾ ਇਹ ਸ਼ਬਦ ਹੈ, ਇਹਦਾ ਆਸਰਾ ਤੁਸੀਂ ਦਿੰਦੇ ਹੋ। ਫੁਨ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ, ਅਗਰ ਤੁਹਾਡੀ ਗੱਲ ਕਰੀਏ, ਤੁਹਾਡਾ ਜੀਵਨ ਅਪਾਰ ਹੈ, ਬੇਅੰਤ ਹੈ, ਬੇਅੰਤ ਸ਼ੁਭ ਗੁਣਾਂ ਨਾਲ ਭਰਪੂਰ ਹੈ, ਤੇ ਤੁਹਾਡਾ ਅੰਤ ਕੌਣ ਪਾ ਸਕਦਾ ਹੈ? ਨਾ ਪੂਰੇ ਸਤਿਗੁਰੂ ਦਾ ਅੰਤ ਪਾਇਆ ਜਾ ਸਕਦਾ ਹੈ, ਤੇ ਨਾ ਨਿਰੰਕਾਰ ਦਾ ਅੰਤ ਪਾਇਆ ਜਾ ਸਕਦਾ ਹੈ। ਕਿਉਂ? ਕਿਉਂਕਿ ਦੋਵਾਂ ਦਾ ਇੱਕੋ ਹੀ ਰੂਪ ਹੈ। ਗੁਰ ਤੇ ਪਰਮੇਸ਼ਵਰ ਇੱਕੋ ਹੀ ਸਿੱਕੇ ਦੇ ਦੋਨੋਂ ਪਹਿਲੂ ਨੇ। ਗੁਰ ਪਰਮੇਸ਼ਰ
ਏਕੋ ਜਾਨ, ਦੋਵਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਨਿਰੰਕਾਰ ਦਾ ਆਪਣਾ ਕੋਈ ਰੂਪ ਰੰਗ ਨਹੀਂ ਹੈ, ਉਤਰੈ ਗੁਣ ਤੋਂ ਭਿੰਨ ਹੈ ਪਰਮੇਸ਼ਵਰ, ਪਰ ਦੁਨੀਆ ਨੂੰ ਸਮਝਾਉਣ ਵਾਸਤੇ ਇੱਕ ਆਕਾਰ ਬਣਾ ਦਿੱਤਾ ਗੁਰੂ ਦਾ, ਇੱਕ ਰੂਪ ਬਣਾ ਦਿੱਤਾ ਗੁਰੂ ਦਾ। ਅਸੀਂ ਗੁਰੂ ਦੁਆਰੇ ਨਿਰੰਕਾਰ ਤੱਕ ਪਹੁੰਚ ਸਕਦੇ ਹਾਂ। ਇਸ ਲਈ ਫਿਰ ਜਾਣੈ ਕੋ ਤੇਰਾ ਅਪਾਰ, ਤੁਸੀਂ ਅਪਾਰ ਹੋ, ਬੇਅੰਤ ਬਖਸ਼ਿਸ਼ਾਂ ਦੇ ਤੁਸੀਂ ਮਾਲਕ ਹੋ। ਕਹੋ ਕਿਹੜਾ ਤੁਹਾਡਾ ਅੰਤ ਜਿਹੜਾ ਉਹ ਪਾ ਸਕਦਾ ਹੈ? ਨਿਰਭਉ ਨਿਰੰਕਾਰ, ਤੁਸੀਂ ਨਿਰਭਉ ਦੀ ਅਵਸਥਾ ਵਾਲੇ ਹੋ। ਭੈ ਤੋਂ ਰਹਿਤ ਹੈ ਤੁਹਾਡਾ ਜੀਵਨ। ਨਿਰੰਕਾਰ, ਉਹ ਜਿਹੜਾ ਆਕਾਰ ਤੋਂ ਰਹਿਤ ਨਿਰੰਕਾਰ ਹੈ, ਉਹਦਾ ਤੁਸੀਂ ਰੂਪ ਹੋ। ਅਕਥ ਕਥਨ ਹਾਰ, ਜਿਹੜਾ ਅਕਥ ਕਥਨ ਤੋਂ ਪਰੇ ਹੈ, ਜਿਹਦੀ ਵਿਚਾਰ ਨੂੰ ਆਪਣੀ ਇੱਕ ਜੀਭਾ ਤੋਂ ਬਿਆਨ ਨਹੀਂ ਕੀਤਾ ਜਾ ਸਕਦਾ, ਆਪਣੀ ਇਸ ਰਸਨਾ ਤੋਂ ਕਥਨ ਨਹੀਂ ਕੀਤਾ ਜਾ ਸਕਦਾ, ਪਰ ਉਹ ਜਿਹੜਾ ਸਾਰਿਆਂ ਤੋਂ ਕਥਨ ਕਰਵਾ ਰਿਹਾ, ਕਥਨਹਾਰ ਪਰਮੇਸ਼ਵਰ ਹੈ। ਤੁਝ ਹੈ ਬੁਝਾਈ ਹੈ, ਉਹ ਤੁਸੀਂ ਹੀ ਉਹਨੂੰ ਬੁਝਿਆ ਹੈ। ਬੁਝ ਹੈ ਦਾ ਮਤਲਬ ਹੁੰਦਾ ਹੈ ਸਮਝ ਜਾਣਾ। ਜਿਵੇਂ ਆਪਾਂ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਗੁਰਾ ਇੱਕ ਦੇਹ ਬੁਝਾਈ। ਬੁਝਾਈ ਦਾ ਇਹ ਨਹੀਂ ਹੁੰਦਾ, ਕਈ ਵਾਰੀ ਕਹਿੰਦੇ ਵੀ ਆਹ ਬੱਤੀ ਬੁਝਾ ਦਿਓ ਜਾਂ ਦੀਵਾ ਜਗਦਾ, ਲਾਈਟ ਜਗਦੀ ਬੁਝਾ ਦਿਓ, ਉਹ ਬੁਝਾਉਣਾ ਹੋਰ ਹੈ। ਇੱਥੇ ਹੈ ਬੂਝ, ਸਮਝ। ਇੱਕ ਜਿਹੜਾ ਅਕਾਲ ਪੁਰਖ ਨਿਰੰਕਾਰ ਨਿਰਭਉ ਪਰਮੇਸ਼ਵਰ ਹੈ ਨਾ, ਉਹ ਸਾਰੇ ਗੁਣ ਗੁਰੂ ਰਾਮਦਾਸ ਜੀ ਤੁਹਾਡੇ ਅੰਦਰ ਨੇ, ਕਿਉਂਕਿ ਤੁਸੀਂ ਹੀ ਉਹਨੂੰ ਬੁੱਝਣ ਵਾਲੇ, ਸਮਝਣ ਵਾਲੇ ਹੋ। ਇਸ ਲਈ ਜਿਹਨੇ ਅਕਾਲ ਪੁਰਖ ਨਿਰੰਕਾਰ ਨੂੰ ਸਮਝਿਆ, ਉਹਦੇ ਅੱਗੇ ਹੀ ਬੇਨਤੀ ਕਰਾਂਗੇ ਕਿ ਸਾਨੂੰ ਵੀ ਇੱਕ ਜਿਹੜਾ ਉਹ ਅਕਾਲ ਪੁਰਖ ਦੀ ਸੋਝੀ ਦੇ ਦਿਓ, ਅਸੀਂ ਵੀ ਤੁਹਾਡੇ ਗਿਆਨ ਰਾਹੀਂ ਉਹਦੇ ਨਾਲ ਜੁੜ ਸਕੀਏ। ਤੇ ਸਾਡੀ ਅਰਦਾਸ ਜਿਹੜੀ ਹੈ ਉਹ ਗੁਰੂ ਅੱਗੇ ਹੁੰਦੀ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਇੱਕ ਦੀ ਸਮਝ ਦੇ ਦਿਓ, ਕਿਉਂਕਿ ਤੁਸੀਂ ਉਸ ਇੱਕ ਨੂੰ ਸਮਝਣ ਵਾਲੇ ਹੋ। ਤੁਸੀਂ ਉਹ ਇੱਕ ਨੂੰ ਸਮਝ ਕੇ ਉਹਦੇ ਵਿੱਚ ਲੀਨ ਹੋ ਕੇ ਉਹਦਾ ਹੀ ਰੂਪ ਹੋ ਗਏ ਹੋ। ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ, ਅਗਰ ਤੁਹਾਡਾ ਪ੍ਰਕਾਸ਼ ਵੇਖੀਏ ਤੇ ਮਾਂ-ਬਾਪ ਨੇ ਨਾਮ ਤੇ ਭਾਈ ਜੇਠਾ ਰੱਖਿਆ। ਅੱਜ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਵਣ ਦਾ, ਸਰੀਰਕ ਚੋਲਾ ਤਿਆਗਣ ਦਾ ਅੱਜ ਦਿਨ ਹੈ। ਤੇ ਗੁਰੂ ਰਾਮਦਾਸ ਮਹਾਰਾਜ ਜੀਓ, ਅਕਥ ਕਥਨ ਹਾਰ ਤੁਝ ਹੈ ਬੁਝਾਈ ਹੈ। ਭੱਟ ਜੀ ਕਹਿ ਰਹੇ ਨੇ ਕਿ ਜਿਹੜਾ ਉਹ ਅਕਾਲ ਪੁਰਖ ਸਾਡੇ ਕਥਨ ਤੋਂ ਪਰੇ ਹੈ, ਜਿਹਨੂੰ ਤੁਸੀਂ ਬਿਆਨ ਕਰ ਰਹੇ ਹੋ, ਉਹ ਕਿਉਂਕਿ ਤੁਸੀਂ ਉਹਨੂੰ ਸਮਝ ਲਿਆ, ਉਹਨੂੰ ਜਾਣ ਲਿਆ ਹੈ। ਭਾਈ ਜੇਠਾ ਜੀ ਦੇ ਰੂਪ ਵਿੱਚ ਸੰਸਾਰਿਕ ਤਲ ਦੇ ਉੱਤੇ ਵੇਖਿਆ ਜਾਏ ਤੇ ਮਾਤਾ ਪਿਤਾ ਜੀ ਦਾ ਆਸਰਾ ਜਿਹੜਾ ਸੀ ਇਹ ਛੁੱਟ ਗਿਆ। ਇਹ ਸੱਚ ਹੈ ਕਿ ਇੱਕ ਦਿਨ ਇੱਕ ਦੂਜੇ ਦਾ ਸਾਥ ਛੁੱਟ ਜਾਂਦਾ ਹੈ। ਅੰਮ੍ਰਿਤ ਬਾਣੀ ਵਿੱਚ ਸਾਨੂੰ ਇਹੀ ਸਮਝਾਇਆ, ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓਏ, ਤੈ ਪਾਸੋਂ ਉਹ ਲੱਦ ਗਏ ਤੂੰ ਅਜੇ ਨਾ ਪਤੀਣੋਏ। ਸੰਸਾਰਿਕ ਤਲ ਤੇ ਜੋ ਸ਼ਰੀਰਾਂ ਦਾ ਮਾਂ-ਬਾਪ ਦੇ ਰੂਪ ਵਿੱਚ ਮੇਲ ਸੀ, ਉਹ ਛੁੱਟ ਗਿਆ। ਬਾਸਰਕੇ ਦੇ ਵਿੱਚ ਆਉਂਦੇ ਨੇ, ਬਾਸਰਕੇ ਤੋਂ ਫਿਰ ਸਫ਼ਰ ਗੋਇੰਦਵਾਲ ਸਾਹਿਬ ਦਾ ਹੁੰਦਾ ਹੈ। ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਆਏ। ਇੱਥੇ ਆ ਕੇ ਫਿਰ ਜਿਹੜਾ ਉੱਤਮ ਕਰਮ ਸੀ, ਸ੍ਰੇਸ਼ਟ ਕਰਮ ਧਰਮ ਦੇ ਨਾਮ ਤੇ, ਉਹ ਇੱਥੇ ਆ ਕੇ ਕੀਤਾ, ਕਿਉਂਕਿ ਪੂਰੇ ਸਤਿਗੁਰ ਪਾਈ ਹੈ। ਪੂਰਾ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਮਿਲਿਆ। ਸ਼ਬਦ ਦਾ ਅਭਿਆਸ ਸ਼ੁਰੂ ਹੋਇਆ, ਸ਼ਬਦ ਦੀ ਕਮਾਈ ਸ਼ੁਰੂ ਹੋਈ। ਸ਼ਬਦ ਦੀ ਕਮਾਈ ਕਰਦਿਆਂ ਜੋ ਅੱਜ ਭੱਟ ਜੀ ਕਹਿ ਰਹੇ ਨੇ, ਉਹੀ ਗੁਰੂ ਅਮਰਦਾਸ ਜੀ ਦੇ ਦਰ ਤੇ ਆ ਕੇ ਤੁਸੀਂ ਭਾਈ ਜੇਠਾ ਜੀ ਬਣ ਕੇ ਬਖਸ਼ਿਸ਼ਾਂ ਲਈਆਂ। ਜਦੋਂ ਸ਼ਬਦ ਦੀ ਕਮਾਈ ਜਿਹੜੀ ਤੁਸੀਂ ਸ਼ੁਰੂ ਕੀਤੀ, ਤੇ ਕੀ ਹੋਇਆ? ਸ਼ਬਦ ਸਾਰ ਏਕ ਲਿਵ ਲਾਈ ਹੈ। ਉਸ ਉੱਤਮ ਸ਼ਬਦ ਨੇ ਤੁਹਾਡੀ ਇੱਕ ਲਿਵ ਨਿਰੰਕਾਰ ਨਾਲ ਲਾ ਦਿੱਤੀ। ਨਿਰੰਕਾਰ ਨਾਲ ਜਦੋਂ ਤੁਹਾਡੀ ਲਿਵ ਲੱਗ ਗਈ, ਫਿਰ ਤੁਸੀਂ ਭਾਈ ਜੇਠਾ ਨਹੀਂ ਰਹਿ ਗਏ, ਤੁਸੀਂ ਫਿਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਬਣ ਗਏ।
ਫਿਰ ਤੁਸੀਂ ਸੋਢੀ ਪਾਤਸ਼ਾਹ ਜਿਹੜਾ ਇਹ ਬਣ ਕੇ ਤੁਸੀਂ ਹਰ ਇੱਕ ਨੂੰ ਨਿਵਾਜਿਆ। ਜਿਹੜਾ ਵੀ ਗੁਰੂ ਰਾਮਦਾਸ ਜੀ ਤੁਹਾਡੇ ਦਰ ਘਰ ਵਿੱਚ ਆਇਆ ਤੁਸੀਂ ਸਾਰਿਆਂ ਨੂੰ ਸ਼ਬਦ ਨਾਲ ਜੋੜਿਆ। ਤੁਸੀਂ ਉਹਨੂੰ ਉਹਦੀ ਮਰਿਆਦਾ ਉਹਦੀ ਰਹਿਤ ਉਹਨੂੰ ਸਮਝਾਈ ਕਿ ਗੁਰੂ ਕੇ ਸਿੱਖਾ ਜੇ ਤੂੰ ਕਰਮ ਕਰਨਾ ਤੇ ਆਹ ਵਾਲਾ ਕਰਮ ਸਾਰੀ ਦਿਹਾੜੀ ਕਰਿਆ ਕਰ। ਲੋਕ ਤਾਂ ਬੜਾ ਕੁਝ ਕਹਿੰਦੇ ਨੇ ਕਿ ਤੁਸੀਂ ਪੂਰਬ ਨੂੰ ਮੂੰਹ ਕਰੋ, ਤੁਸੀਂ ਪੱਛਮ ਨੂੰ ਮੂੰਹ ਕਰੋ, ਫਲਾਣੀ ਥਾਂ ਤੇ ਆਹ ਦਾਨ ਕਰ ਆਓ, ਫਲਾਣੀ ਥਾਂ ਤੇ ਆਹ ਚੀਜ਼ ਜਿਹੜੀ ਹੈ ਇਹ ਚੜਾ ਕੇ ਆ ਜਾਓ। ਸਾਡੇ ਤਾਂ ਧਰਮ ਦੇ ਨਾਂ ਤੇ ਹੁਣ ਆਹ ਕਰਮ ਹੋਇਆ। ਕਹਿਣ ਲੱਗੇ ਕਿਸੇ ਨੇ ਵਿਦੇਸ਼ ਜਾਣਾ ਸੀ ਤੇ ਉਹ ਵਿਦੇਸ਼ ਜਾਣ ਵਾਲਾ ਬੜਾ ਉਤਾਵਲ ਹੈ ਕਿ ਕਿਸੇ ਤਰ੍ਹਾਂ ਮੈਂ ਬਾਹਰ ਜਿਹੜਾ ਉਹ ਵਿਦੇਸ਼ ਚਲੇ ਜਾਵਾਂ, ਤੇ ਕਿਸੇ ਦੇ ਕੋਲ ਸਾਧ ਕੋਲ ਚਲਾ ਗਿਆ। ਉਹਨੇ ਆਖਿਆ ਇਦਾਂ ਕਰ, ਜਾ ਕੇ ਨਾ ਇੱਕ ਜਹਾਜ਼ ਖਰੀਦ ਕੇ ਲਿਆ ਤੇ ਲਿਆ ਕੇ ਤੂੰ ਗੁਰਦੁਆਰੇ ਜਿਹੜਾ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਚੜਾ ਦੇ ਤੇ ਤੂੰ ਵਿਦੇਸ਼ ਚਲਾ ਜਾਏਗਾ। ਇਹ ਤੇ ਕੰਮ ਹੀ ਬੜਾ ਸੌਖਾ ਹੈ। ਇੱਥੇ ਆਪਾਂ ਸਾਰੇ ਜਿਹੜਾ ਉਹ ਜਹਾਜ਼ ਖਰੀਦ ਕੇ ਲਿਆਈਏ ਤੇ ਲਿਆ ਕੇ ਗੁਰੂ ਘਰ ਦੇ ਵਿੱਚ ਅਸੀਂ ਗੁਰੂ ਚਰਨਾਂ 'ਚ ਰੱਖੀ ਜਾਈਏ ਤੇ ਬਾਹਰ ਦੇ ਜਹਾਜ਼ ਜਿਹੜਾ ਉਹ ਚੜੀ ਜਾਈਏ। ਪਰ ਜਿਹੜਾ ਅਸਲ ਜਹਾਜ਼ ਸੀ ਉਹਦੇ ਵਿੱਚ ਸਵਾਰ ਹੋਣ ਲਈ ਤਾਂ ਸਾਨੂੰ ਦੱਸਿਆ ਹੀ ਨਹੀਂ। ਸਾਨੂੰ ਤੇ ਇਹ ਭਰਮ ਪਾਤਾ ਤੇ ਮਨ ਵਿੱਚ ਚਾਉ ਪੈਦਾ ਹੋ ਗਿਆ ਵੀ ਮਨਾ ਕੰਮ ਹੀ ਬੜਾ ਸੌਖਾ ਹੈ। ਉੱਥੋਂ 50-100 ਰੁਪਏ ਦਾ ਲਿਆ ਕੇ ਜਹਾਜ਼ ਤੇ ਰੱਖ ਦਿਓ ਗੁਰੂ ਸਾਹਿਬ ਦੀ ਗੋਲਕ ਤੇ ਜਹਾਜ਼ੇ ਚੜ ਜਾਣਗੇ। ਇਹ ਸਾਨੂੰ ਧਰਮ ਦੇ ਨਾਮ ਤੇ ਕਰਮ ਇਦਾਂ ਦਾ ਦੱਸਿਆ, ਪਰ ਇਹ ਤੇ ਦੱਸਿਆ ਹੀ ਨਹੀਂ ਗੁਰ ਜਹਾਜ਼ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ। ਇਹ ਤੇ ਦੱਸਿਆ ਹੀ ਨਹੀਂ ਕਿ ਉਹ ਜਿਹਦੇ ਕੋਲ ਜਾਣਾ ਉਹ ਤੇ ਆਪ ਜਹਾਜ਼ ਹੈ, ਜਿਹਦੇ ਕੋਲ ਜਾਣਾ ਉਹ ਤੇ ਆਪ ਮਲਾਹ ਹੈ। ਤੂੰ ਤਾਂ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣਾ, ਉਹਨੇ ਤਾਂ ਲੋਕ ਤੋਂ ਪਰਲੋਕ ਤੱਕ ਜਾਣਾ। ਤੂੰ ਉਸ ਗੁਰੂ ਕੋਲ ਜਾ ਕੇ ਉਸ ਜਹਾਜ਼ ਵਿੱਚ ਜੁੜ ਕੇ ਸ਼ਬਦ ਦਾ ਆਸਰਾ ਲੈ, ਸ਼ਬਦ ਦੀ ਟੇਕ ਲੈ, ਤੈਨੂੰ ਉਹ ਲੋਕ ਤੋਂ ਪਰਲੋਕ ਤੱਕ ਦਾ ਸਫ਼ਰ ਕਰਵਾ ਦੇਗਾ। ਇਹ ਕਰਮ ਗੁਰੂ ਰਾਮਦਾਸ ਜੀ ਤੁਸੀਂ ਆਪਣੇ ਦਰ ਤੇ ਆਇਆਂ ਨੂੰ ਇੱਕ ਮਰਿਆਦਾ ਦੱਸ ਦਿੱਤੀ। ਤੁਸੀਂ ਇਹ ਧਰਮ ਦੇ ਕਰਮ ਤੇ ਪਖੰਡ ਨਹੀਂ, ਤੁਸੀਂ ਆਖਿਆ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਠ ਹਰ ਨਾਮ ਤੇ ਆਵੈ ਉਦਮ ਕਰੈ ਭਲਕੈ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰ ਨਾਵੈ। ਪੂਰਾ ਜਿਹੜਾ ਉਹ ਸਾਨੂੰ ਦਿਨ ਵਿੱਚ ਕੀ ਕਰਮ ਕਰਨਾ ਉਹ ਗੁਰੂ ਰਾਮਦਾਸ ਜੀ ਤੁਸੀਂ ਸਾਨੂੰ ਦੱਸਿਆ। ਤੇ ਜਿਨੇ ਫਿਰ ਗੁਰੂ ਰਾਮਦਾਸ ਜੀ ਦੇ ਇਸ ਸ਼ਬਦ ਦੀ ਕਮਾਈ ਕਰਕੇ ਉਸ ਤਰ੍ਹਾਂ ਕਰਮ ਕੀਤਾ, ਮਹਾਰਾਜ ਜੀ ਕਹਿੰਦੇ ਉਹਦੇ ਚਰਨਾਂ ਦੀ ਧੂੜੀ ਮੰਗ ਲਓ, ਉਹਨਾਂ ਦੇ ਚਰਨਾਂ ਦੀ ਧੂੜੀ ਮੰਗ ਲਓ। ਕਿਤੇ ਸਾਨੂੰ ਵੀ ਇਸ ਰਹਿਤ ਮਰਿਆਦਾ ਵਿੱਚ ਰਹਿਣਾ ਆ ਜਾਏ। ਅਸੀਂ ਕਹਿੰਦੇ ਹਾਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਰਹਿਤ ਮਰਿਆਦਾ ਦਿੱਤੀ ਹੈ, ਤੇ ਕੀ ਇਹ ਸ਼ਬਦ ਸਾਨੂੰ ਰਹਿਤ ਮਰਿਆਦਾ ਨਹੀਂ ਸਿਖਾਉਂਦਾ? ਇਹ ਵੀ ਤੇ ਰਹਿਤ ਮਰਿਆਦਾ ਹੀ ਹੈ। ਉਹ ਮਰਿਆਦਾ ਜਿਹਦੇ ਵਿੱਚ ਰਹਿਣ ਦਾ ਤੌਰ ਤਰੀਕਾ ਆ ਜਾਏ ਕਿ ਅਸੀਂ ਇੱਕ ਮਰਿਆਦਾ ਆਪਣਾ ਜਿਹੜੀ ਅਪਣਾਈ ਹੈ ਉਹਦੇ ਵਿੱਚ ਰਹਿਣਾ ਕਿਵੇਂ ਹੈ। ਉਹ ਗੁਰੂ ਰਾਮਦਾਸ ਜੀ ਦਾ ਪੂਰਾ ਸ਼ਬਦ ਸਾਨੂੰ ਇਸੇ ਪਰਥਾਈ ਦੱਸਦਾ ਹੈ। ਜਿਹੜੀ ਅਸਲ ਰਹਿਤ ਮਰਿਆਦਾ ਉਹ ਤਾਂ ਗੁਰੂ ਨਾਨਕ ਸਾਹਿਬ ਤੋਂ ਹੀ ਸ਼ੁਰੂ ਹੋ ਗਈ। ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਅੰਗ ਤੋਂ ਬਾਣੀ ਪੜ੍ਹਨੀ ਸ਼ੁਰੂ ਕਰੋ, 1430 ਅੰਗ ਤੱਕ ਬਾਣੀ ਪੜ੍ਹੋ, ਉਹਦੇ ਵਿੱਚ ਮਰਿਆਦਾ ਹੀ ਦੱਸੀ ਹੈ, ਰਹਿਤ ਹੀ ਦੱਸੀ ਹੈ, ਕਿਵੇਂ ਆਪਣੇ ਜੀਵਨ ਨੂੰ ਜਿਉਣਾ, ਕਿਸ ਢੰਗ ਨਾਲ ਤੁਸੀਂ ਆਪਣਾ ਜੀਵਨ ਜਿਉ ਕੇ ਤੁਸੀਂ ਜੀਵਨ ਮੁਕਤ ਹੋਣਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਜਿਨੇ ਇਸ ਤਰ੍ਹਾਂ ਗੁਰੂ ਕਾ ਸਿੱਖ ਬਣਨਾ ਕੀਤਾ ਉਹ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੈ। ਕਹਿੰਦੇ ਉਹਦੀ ਸੰਗਤ ਦੀ ਦਾਤ ਮੰਗਿਆ ਕਰੋ। ਗੁਰੂ ਰਾਮਦਾਸ ਪਾਤਸ਼ਾਹ ਤੁਸੀਂ ਬਖਸ਼ਿਸ਼ਾਂ ਵਰਤਾਈਆਂ। ਇੱਕ ਦਿਨ ਫਿਰ ਤੁਸੀਂ ਇਸ ਤਖਤ ਦੇ ਯੋਗ ਜਿਹੜਾ ਕੱਲ ਦਾ ਦਿਨ ਲੰਘ ਕੇ ਗਿਆ, ਤੁਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇਸ ਤਖਤ ਦੇ ਲਾਇਕ ਇਸ ਯੋਗ ਬਣਾ ਕੇ ਇਹ ਸਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਕਿ ਧਰਮ ਦਾ ਕਰਮ ਕਿਵੇਂ ਕਰਨਾ ਹੈ। ਅੱਜ ਤੋਂ ਬਾਅਦ ਤੁਸੀਂ ਸਿੱਖ ਸੰਗਤਾਂ ਨੂੰ ਇਹ ਸਿੱਖਿਆ ਦੇਣੀ ਹੈ। ਪਰ ਘਰ ਦੇ ਵਿੱਚ ਹੀ ਇੱਕ ਵਿਰੋਧ ਜਿਹੜਾ ਸੀ ਉਹ ਸ਼ੁਰੂ ਹੋਇਆ। ਤਿੰਨ ਪੁੱਤਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ, ਪ੍ਰਿਥੀ ਚੰਦ, ਮਹਾਦੇਵ ਤੇ ਗੁਰੂ ਅਰਜਨ ਦੇਵ ਪਾਤਸ਼ਾਹ,
ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੋਂ 6 ਸਾਲ ਵੱਡੇ ਪ੍ਰਿਥੀ ਚੰਦ ਨੇ। ਉਹਦੇ ਮਨ ਵਿੱਚ ਸੀ ਕਿ ਇਹ ਤਖਤ ਮੈਨੂੰ ਮਿਲੇਗਾ, ਕਿਉਂਕਿ ਮੈਂ ਹਰ ਵੇਲੇ ਨੇੜੇ ਰਹਿਣਾ, ਹਰ ਵੇਲੇ ਕੋਲ ਰਹਿਣਾ, ਇੰਨੀ ਸੇਵਾ ਸੰਭਾਲ ਮੈਂ ਕਰਦਾ, ਤੇ ਇਸ ਲਈ ਇਹ ਤਖਤ ਮੈਨੂੰ ਮਿਲੇਗਾ। ਪਰ ਜਿੱਦਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇਸ ਤਖਤ ਦੇ ਯੋਗ ਬਣਾਇਆ, ਤੇ ਸੁਭਾਵਕ ਹੈ ਵੀ ਕ੍ਰੋਧ ਤਾਂ ਆਉਣਾ ਸੀ। ਉਸ ਹੰਕਾਰ ਨੇ ਕ੍ਰੋਧ ਨੂੰ ਜਨਮ ਦਿੱਤਾ, ਔਰ ਉਸ ਕ੍ਰੋਧ ਨੇ ਪਿਤਾ ਦਾ ਸਤਿਕਾਰ ਵੀ ਭੁਲਾ ਦਿੱਤਾ। ਅੱਜ ਵੀ ਲੋੜ ਹੈ ਸਾਨੂੰ ਸਾਡੇ ਧੀਆਂ ਪੁੱਤਰਾਂ ਨੂੰ ਮਾਂ-ਬਾਪ ਦਾ ਸਤਿਕਾਰ ਕਰਿਆ ਕਰੀਏ, ਮਾਂ-ਬਾਪ ਦੀ ਇੱਜ਼ਤ ਕਰਿਆ ਕਰੀਏ, ਮਾਂ-ਬਾਪ ਨਾਲ ਪਿਆਰ ਕਰਿਆ ਕਰੀਏ। ਜੇ ਉਹ ਸਾਨੂੰ ਝਿੜਕਦੇ ਵੀ ਨੇ ਤੇ ਸਾਡੇ ਭਲੇ ਵਾਸਤੇ ਝਿੜਕਦੇ ਨੇ। ਮਾਂ-ਬਾਪ ਆਪਣੇ ਬੱਚਿਆਂ ਦੇ ਬੁਰੇ ਵਾਸਤੇ ਨਹੀਂ, ਉਹਨਾਂ ਦੇ ਭਲੇ ਵਾਸਤੇ ਝਿੜਕਦੇ ਨੇ, ਤਾਂ ਕਿ ਇਹਨਾਂ ਦੇ ਜੀਵਨ ਵਿੱਚ ਇਹਨਾਂ ਦਾ ਭਲਾ ਹੋ ਜਾਏ। ਉਹਨਾਂ ਨੇ ਆਪਣੇ ਜੀਵਨ ਨੂੰ ਹੰਢਾਇਆ ਹੁੰਦਾ ਹੈ। ਜਿਹੜਾ ਇੱਕ ਪਿਤਾ ਚਲੋ ਇੱਕ ਸਿਰਫ ਸਮਝਣ ਵਾਸਤੇ ਸਾਰੀ ਉਮਰ ਨਸ਼ਾ ਕਰਦਾ ਰਿਹਾ, ਕਦੀ ਉਹ ਕਹੇਗਾ ਵੀ ਇਹ ਨਸ਼ਾ ਮੇਰੇ ਪੁੱਤਰ ਨੂੰ ਲੱਗ ਜਾਏ? ਭਾਵੇਂ ਉਹਦੀ ਆਪਣੀ ਜ਼ਿੰਦਗੀ ਖੋਖਲੀ ਹੋ ਗਈ, ਪਰ ਉਹ ਇਹ ਕਹੇਗਾ ਵੀ ਪੁੱਤਰ ਜਿਹੜੇ ਰਾਹ ਮੈਂ ਤੁਰਿਆ ਤੂੰ ਨਾ ਇਸ ਰਸਤੇ ਤੁਰੀ, ਤੂੰ ਇਸ ਰਾਹ ਤੋਂ ਬਚ ਕੇ ਚੱਲੀ, ਕਿਉਂਕਿ ਮੈਂ ਤਾਂ ਆਪਣੀ ਜ਼ਿੰਦਗੀ ਬਰਬਾਦ ਕਰ ਲਈ, ਪਰ ਮੈਂ ਨਹੀਂ ਚਾਹੁੰਦਾ ਮੇਰਾ ਪੁੱਤਰ ਵੀ ਇਸ ਰਾਹ ਤੁਰੇ। ਆਪ ਭਾਵੇਂ ਉਹ ਮਾੜੀ ਸੰਗਤ 'ਚ ਪਿਆ, ਪਰ ਮੰਗਦਾ ਫਿਰ ਵੀ ਆਪਣੇ ਬੱਚਿਆਂ ਦਾ ਭਲਾ ਹੀ ਹੈ ਕਿ ਮੇਰੇ ਬੱਚੇ ਕਿਤੇ ਮਾੜੇ ਪਾਸੇ ਨਾ ਚਲੇ ਜਾਣ। ਹੁਣ ਪ੍ਰਿਥੀ ਚੰਦ ਵਿਰੋਧ ਕਰਦਾ, ਕ੍ਰੋਧ ਵੀ ਕਰਦਾ ਹੈ। ਗੁਰੂ ਸਾਹਿਬ ਨੇ ਫਿਰ ਆਖਿਆ, ਕਾਹੇ ਪੂਤ ਝਗਰਤ ਹੋ ਸੰਗ ਬਾਪ। ਪਿਤਾ ਨਾਲ ਝਗੜਨ ਦਾ ਮਤਲਬ ਕੀ ਹੈ? ਆ ਧਨ ਪਦਾਰਥਾਂ ਦੀ ਖਾਤਰ, ਇਸ ਜ਼ਮੀਨ ਜਾਇਦਾਦ ਦੀ ਖਾਤਰ। ਅੱਜ ਵੀ ਦੇਖੋ ਅਸੀਂ ਬੜੀ ਵਾਰ ਜ਼ਿਕਰ ਕੀਤਾ, ਉਹ ਕਰਦੇ ਰਹਿਣਾ ਹੈ, ਕਿਉਂਕਿ ਇਹ ਸਾਡਾ ਜਿਹੜਾ ਸਿਸਟਮ ਹੈ ਇਹ ਕਿਤੇ ਨਾ ਕਿਤੇ ਵਿਗੜਿਆ ਅੱਜ ਵੀ ਨਜ਼ਰ ਆਉਂਦਾ ਹੈ। ਅਸੀਂ ਜ਼ਮੀਨਾਂ ਜਾਇਦਾਦਾਂ ਦੇ ਉੱਚੇ ਉੱਚੇ ਰੁਤਬਿਆਂ ਦੇ, ਅਸੀਂ ਪੜ੍ਹਾਈਆਂ ਲਿਖਾਈਆਂ ਕਰਕੇ ਡਿਗਰੀਆਂ ਤਾਂ ਹਾਸਲ ਕਰ ਲਈਆਂ, ਪਰ ਅਸੀਂ ਮਾਂ-ਬਾਪ ਤੋਂ ਦੂਰ ਹੋ ਗਏ। ਹੁਣ ਹਾਈ ਸੁਸਾਇਟੀ ਵਿੱਚ ਬੈਠਣ ਨਾਲ ਹਾਈ ਸੁਸਾਇਟੀ ਦੇ ਜਿਹੜੇ ਲੋਕ ਨੇ ਉਹਨਾਂ ਵਿੱਚ ਬੈਠ ਕੇ ਮਾਂ ਨੂੰ ਮਾਂ ਕਹਿਣ ਤੇ ਵੀ ਸ਼ਰਮ ਆਉਂਦੀ ਹੈ, ਪਿਤਾ ਨੂੰ ਪਿਤਾ ਕਹਿਣ ਤੇ ਵੀ ਸ਼ਰਮ ਆਉਂਦੀ ਹੈ। ਫਿਰ ਇਹੋ ਜੀ ਹਾਈ ਸੁਸਾਇਟੀ ਨੂੰ ਕੀ ਕਰਨਾ ਜਿਹਦੇ ਵਿੱਚ ਮਾਂ ਨੂੰ ਮਾਂ ਕਹਿਣ ਤੇ ਵੀ ਸ਼ਰਮ ਆਵੇ। ਪਿਛਲੇ ਦਿਨਾਂ ਵਿੱਚ ਇੱਕ ਆਇਆ ਨਾ ਸੀਨ, ਜਿਹੜੀ ਮਾਂ ਜਿਹੜੀ ਇੱਕ ਸੜਕ ਦੇ ਕਿਨਾਰੇ ਤੇ ਪਈ ਹੈ ਤੇ ਕੀੜੇ ਚੱਲਦੇ ਪਏ ਨੇ, ਉਹਦੇ ਕੀੜੇ ਚੱਲ ਰਹੇ ਨੇ, ਪਰ ਔਲਾਦ ਆਪਣੇ ਸ਼ਾਹੀ ਮਹਿਲਾਂ ਵਿੱਚ ਬੈਠੀ ਹੈ। ਉਹ ਧਨ ਪਦਾਰਥਾਂ ਵਿੱਚ ਖੁਸ਼ੀਆਂ ਮਾਣਦੇ ਪਏ ਨੇ, ਤੇ ਜਿਹਦੇ ਰਾਹੀਂ ਜਨਮ ਹੋਇਆ, ਜਿਹਨੇ ਦੁੱਖ ਸੁੱਖ ਆਪਣੇ ਜੀਵਨ ਵਿੱਚ ਝੱਲ ਕੇ ਆਪਣੇ ਖੂਨ ਦਾ ਦੁੱਧ ਬਣਾ ਕੇ ਪਿਆ ਕੇ ਵੱਡਾ ਕੀਤਾ, ਅੱਜ ਉਹ ਇੱਕ ਸੜਕ ਦੇ ਕਿਨਾਰੇ ਤੇ ਪਈ ਹੈ ਤੇ ਕੀੜੇ ਚੱਲਦੇ ਨੇ, ਬਾਤ ਪੁੱਛਣ ਵਾਲਾ ਕੋਈ ਨਹੀਂ। ਇਹੋ ਜਿਹੀ ਔਲਾਦ, ਇਹੋ ਜਿਹੀ ਸੰਤਾਨ ਜਿਹੜੀ ਹੈ ਉਹ ਕਿਸ ਵਾ? ਗੁਰੂ ਸਾਹਿਬ ਕਹਿੰਦੇ, ਕਾਹੇ ਪੂਤ ਝਗਰਤ ਹੋ ਸੰਗ ਬਾਪ। ਜਿਨ੍ਹਾਂ ਨੇ ਤੈਨੂੰ ਜਨਮ ਦੇ ਕੇ ਵੱਡਾ ਕੀਤਾ, ਇਹ ਉਹ ਧਨ ਪਦਾਰਥਾਂ ਦੀ ਖਾਤਰ ਤੂੰ ਅੱਜ ਹੀ ਉਹਨਾਂ ਤੋਂ ਮੁੱਖ ਫੇਰ ਲਿਆ। ਹੁਣ ਇਹਨੇ ਵਿਰੋਧ ਵੀ ਕੀਤਾ, ਕ੍ਰੋਧ ਵੀ ਕੀਤਾ, ਪਰ ਮਤ ਤੇ ਅਕਲ ਤੇ ਪਰਦਾ ਐਸਾ ਪਿਆ ਸੀ, ਸਮਝ ਨਾ ਆਈ। ਗੁਰੂ ਰਾਮਦਾਸ ਜੀ ਨੇ ਜੋ ਜ਼ਿੰਮੇਵਾਰੀ ਦੇਣੀ ਸੀ ਦੇਤੀ। ਸਰੀਰਕ ਚੋਲਾ ਤਿਆਗਣ ਦਾ ਸਮਾਂ ਆਇਆ ਤਾਂ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਆਏ ਨੇ। ਗੋਇੰਦਵਾਲ ਸਾਹਿਬ ਆ ਕੇ ਅੱਜ ਦੇ ਦਿਨ ਗੁਰੂ ਅਮਰ ਰਾਮਦਾਸ ਪਾਤਸ਼ਾਹ ਜੀ ਸਰੀਰਕ ਚੋਲਾ ਜਿਹੜਾ ਉਹ ਤਿਆਗਦੇ ਨੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜੋਤੀ ਜੋਤ ਦਾ ਮਤਲਬ ਹੈ ਜਿਹੜੀ ਰੱਬੀ ਜੋਤ ਸੀ ਨਾ, ਉਹ ਆ ਕੇ ਗੁਰੂ ਅਰਜਨ ਦੇਵ ਜੀ ਦੇ ਅੰਦਰ ਰਲ ਗਈ। ਜਿਹੜਾ ਕਾਰਜ ਕਰਨ ਲਈ ਗੁਰੂ ਅਮਰਦਾਸ ਜੀ ਨੇ ਜ਼ਿੰਮੇਵਾਰੀ ਦਿੱਤੀ ਸੀ, ਉਹਨੂੰ ਨਿਭਾਉਂਦਿਆਂ ਇਹ ਜ਼ਿੰਮੇਵਾਰੀਆਂ ਅੱਗੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਦੇ ਕੇ ਅੱਜ ਦੇ ਦਿਨ ਗੋਇੰਦਵਾਲ ਸਾਹਿਬ ਆ ਕੇ ਸਰੀਰਕ ਚੋਲਾ ਜਿਹੜਾ ਉਹ ਤਿਆਗਦੇ ਨੇ। ਤੇ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਹੀ ਭੱਟ ਜਿਹੜੇ ਸਵਈਆ ਉਚਾਰਨ ਕੀਤੇ, ਉਹਦੀ ਲੜੀਵਾਰ ਆਪ ਜੀ ਵਿਚਾਰ ਸੁਣ ਰਹੇ ਹੋ। ਤਕਰੀਬਨ ਹਰ ਰੋਜ਼ ਸਾਡੀ ਰਸਨਾ ਤੇ ਧੰਨ ਗੁਰੂ ਰਾਮਦਾਸ ਜਿਹੜਾ ਪਾਤਸ਼ਾਹ ਦਾ ਨਾਮ ਜ਼ਰੂਰ ਸਾਡੀ ਰਸਨਾ ਤੇ ਆਉਂਦਾ ਹੈ। ਅੱਜ ਭੱਟ ਕਹਿ ਰਹੇ ਨੇ ਕਿ ਗੁਰੂ ਰਾਮਦਾਸ ਜੀ
ਤੁਹਾਡਾ ਅੰਤ ਕੌਣ ਪਾ ਸਕਦਾ ਹੈ? ਤੁਸੀਂ ਤਾਂ ਅਪਾਰ ਹੋ। ਕਿਉਂ ਹੋ? ਕਿਉਂਕਿ ਤੁਸੀਂ ਨਿਰਭਉ ਨਿਰੰਕਾਰ ਅਕਥ ਕਥਨਹਾਰ, ਜੋ ਪਰਮੇਸ਼ਵਰ ਹੈ ਤੁਝ ਹੈ ਬੁਝਾਈ ਹੈ। ਤੁਸੀਂ ਉਹਨੂੰ ਬੁੱਝਣ ਵਾਲੇ ਸਮਝਣ ਵਾਲੇ ਹੋ। ਤੁਸੀਂ ਇੱਕ ਅਕਾਲ ਪੁਰਖ ਨਿਰੰਕਾਰ ਨੂੰ ਸਮਝਣ ਵਾਲੇ ਹੋ। ਇਸ ਲਈ ਜਿਹੜਾ ਵੀ ਤੁਹਾਡੇ ਦਰ ਤੇ ਆਉਂਦਾ ਹੈ, ਸ਼ਬਦ ਸਾਰ ਏਕ ਲਿਵ ਲਾਈ ਹੈ, ਉਹਨੂੰ ਸ਼ਬਦ ਨਾਲ ਤੁਸੀਂ ਜੋੜਦੇ ਹੋ। ਔਰ ਸ਼ਬਦ ਕਿਹੜਾ? ਜਿਹੜਾ ਉੱਤਮ ਸ਼ਬਦ, ਸ੍ਰੇਸ਼ਟ, ਜਿਹੜੀ ਬਾਣੀਆਂ ਵਿੱਚੋਂ ਸਿਰਮੌਰ ਬਾਣੀ ਹੈ, ਬਾਣੀਆਂ ਸਿਰ ਬਾਣੀ, ਉਹਦੇ ਨਾਲ ਤੁਸੀਂ ਜੋੜ ਕੇ ਇੱਕ ਨਾਲ ਲਿਵ ਜਿਹੜੀ ਹੈ ਉਹਦੀ ਤੁਸੀਂ ਲਾਉਣ ਵਾਲੇ ਹੋ। ਪਰਮ ਭੁਲੇ ਸੰਸਾਰ, ਛੁਟਹੁ ਜੁਨੀ ਸੰਗਾਰ। ਜਮ ਕੋ ਨਾ ਡੰਡ ਕਾਲ, ਗੁਰਮਤਿ ਧਿਆਈ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਗੱਲ ਕਰਦਿਆਂ ਭੱਟ ਨਲ ਜੀ ਹੁਣ ਸਾਨੂੰ ਤੁਹਾਨੂੰ ਕਹਿ ਰਹੇ ਨੇ, ਇਸ ਪੰਕਤੀ ਵਿੱਚ ਇਹ ਸੰਸਾਰ ਦੇ ਜਿਹੜੇ ਲੋਕ ਨੇ, ਲੁਕਾਈ ਹੈ, ਮਨੁੱਖ ਨੇ, ਉਹਨਾਂ ਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਭਰਮ ਭੁੱਲੇ ਸੰਸਾਰ, ਇਹ ਸੰਸਾਰ ਦੇ ਅੰਦਰ, ਹੇ ਪ੍ਰਾਣੀ, ਹੇ ਸੰਸਾਰ ਦੇ ਮਨੁੱਖਾ ਜੀਵ, ਤੂੰ ਭਰਮ ਵਿੱਚ ਕਿੱਥੇ ਭੁੱਲਿਆ ਫਿਰਦਾ ਹੈ? ਤਾਂ ਹੀ ਆਰੰਭ ਵਿੱਚ ਕਿਹਾ ਸੀ ਕਿ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਤੇ ਹੁਣ ਕਹਿ ਰਹੇ ਨੇ ਕਿ ਤੂੰ ਕਿੱਥੇ ਭਰਮ ਦੇ ਵਿੱਚ ਭੁੱਲਿਆ, ਭਟਕਿਆ ਫਿਰਦਾ ਹੈ। ਜਿਹੜੇ ਕਰਮ ਨਹੀਂ ਸੀ ਕਰਨੇ ਉਹ ਤੂੰ ਕਰਮ ਸਾਰੀ ਉਮਰ ਕਰੀ ਜਾਂਦਾ। ਇਸ ਭਰਮ ਦੇ ਵਿੱਚੋਂ ਦੀ ਨਿਕਲ। ਇਹ ਜਿਹੜਾ ਸੰਸਾਰ ਨੇ ਤੈਨੂੰ ਭੁੱਲ ਭੁਲਈਏ ਦੇ ਵਿੱਚ ਪਾਇਆ ਹੋਇਆ, ਤੇਰੀ ਭਟਕਣਾ ਮੁੱਕਦੀ ਨਹੀਂ ਪਈ, ਤੂੰ ਭਟਕਦਾ ਪਿਆ। ਇੱਕ ਕਰਮ ਛੱਡ ਕੇ ਦੂਜਾ, ਦੂਜਾ ਛੱਡ ਕੇ ਤੀਜਾ, ਬਸ ਇਸੇ ਭਰਮ ਵਿੱਚ ਪਿਆ ਹੋਇਆ। ਜੇ ਤੂੰ ਇਸ ਸੰਸਾਰ ਵਿੱਚੋਂ ਜਨਮ ਮਰਨ, ਇਸ ਗਰਭ ਜੂਨੀ ਵਿੱਚੋਂ ਦੀ ਛੁੱਟਣਾ ਚਾਹੁੰਦਾ ਹੈ, ਜੇ ਤੂੰ ਇਸ ਗਰਭ ਜੂਨੀ ਦਾ ਸੰਘਾਰ ਕਰਨਾ ਚਾਹੁੰਦਾ ਹੈ, ਤਾਂ ਭਰਮ ਭੁੱਲੇ ਸੰਸਾਰ, ਛੁੱਟੋ ਜੂਨੀ ਸੰਘਾਰ। ਛੁੱਟ ਹੋ, ਇਹਦਾ ਮਤਲਬ ਹੁਣ ਇਹ ਸਾਨੂੰ ਸੰਸਾਰ ਦੇ ਜੀਆਂ ਨੂੰ ਕਹਿ ਰਹੇ ਨੇ ਕਿ ਇਹ ਸੰਸਾਰ ਦੇ ਜੀਵ, ਜੇ ਤੂੰ ਇਸ ਜੂਨੀ ਵਿੱਚੋਂ ਛੁੱਟਣਾ ਚਾਹੁੰਦਾ ਹੈ, ਜੰਮਣ ਮਰਨ ਆਵਾ ਗਵਨ ਦੇ ਵਿੱਚੋਂ ਦੀ ਨਿਕਲਣਾ ਚਾਹੁੰਦਾ ਹੈ, ਜਮ ਕੋ ਨਾ ਡੰਡ ਕਾਲ, ਜੇ ਤੂੰ ਚਾਹੁੰਦਾ ਵੀ ਮੈਨੂੰ ਸਮੇਂ ਵਿੱਚ ਜਮ ਦਾ ਡੰਡਾ ਨਾ ਵੱਜੇ, ਜਮ ਦੀ ਮਾਰ ਨਾ ਪਵੇ, ਭਾਵ ਦੁੱਖਾਂ ਦੀ ਮਾਰ ਮੈਨੂੰ ਨਾ ਸਹਿਣੀ ਪਏ, ਜੇ ਤੂੰ ਦੁੱਖਾਂ ਦੀ ਮਾਰ ਤੋਂ ਬਚਣਾ ਚਾਹੁੰਦਾ ਹੈ, ਜਮ ਦੇ ਡੰਡੇ ਤੋਂ ਬਚਣਾ ਚਾਹੁੰਦਾ ਹੈ, ਜੇ ਤੂੰ ਇਸ ਜੂਨਾਂ ਵਿੱਚੋਂ ਛੁੱਟਣਾ ਚਾਹੁੰਦਾ ਹੈ, ਜੇ ਤੂੰ ਇਸ ਭਰਮ ਵਿੱਚੋਂ ਭਟਕਣਾ ਵਿੱਚੋਂ ਦੀ ਨਿਕਲਣਾ ਚਾਹੁੰਦਾ ਹੈ, ਤਾਂ ਗੁਰਮਤਿ ਧਿਆਈ ਹੈ। ਗੁਰੂ ਦੀ ਮੱਤ ਲੈ ਕੇ ਉਸ ਪਰਮੇਸ਼ਵਰ ਨੂੰ ਧਿਆਉਣਾ ਕਰੋ। ਗੁਰੂ ਦੀ ਮੱਤ ਲੈ ਕੇ, ਕਿਉਂਕਿ ਜਿੰਨਾ ਚਿਰ ਗੁਰੂ ਦੀ ਮੱਤ ਨਹੀਂ ਮਿਲੇਗੀ, ਦੁਨੀਆ ਵਿੱਚ ਮੱਤਾਂ ਦੇਣ ਵਾਲੇ ਬਹੁਤ ਨੇ। ਅੱਜ ਅਸੀਂ ਕਿਸੇ ਦੀ ਮੱਤ ਲੈ ਕੇ ਚੱਲੇ, ਕੱਲ ਕਿਸੇ ਦੀ ਮੱਤ ਲੈ ਕੇ, ਸਾਰੀ ਉਮਰ ਬਸ ਇਸੇ ਤਰ੍ਹਾਂ ਚੱਲਦੇ ਰਹੇ। ਪਰ ਗੁਰੂ ਸਾਹਿਬ ਜੀ ਦੀ ਮੱਤ ਜਿਹੜੀ ਹੈ ਉਹ ਸਾਨੂੰ ਨਿਰੰਕਾਰ ਨਾਲ ਜੋੜਦੀ ਹੈ। ਇੱਥੇ ਆਪਣੀ ਮੱਤ ਖਤਮ ਕਰਕੇ ਸਾਨੂੰ ਗੁਰੂ ਦੀ ਮੱਤ ਦਾ ਧਾਰਨੀ ਬਣਨਾ ਪਏਗਾ, ਕਿਉਂਕਿ ਕਲਗੀਧਰ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਮੈਂ ਸਾਰੇ ਸੰਸਾਰ ਵਿੱਚ ਦੇਖਿਆ ਹੈ, ਵੱਖ-ਵੱਖ ਮੱਤਾਂ ਵਾਲੇ ਵੇਖੇ ਨੇ, ਪਰ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਉਹਦਾ ਭੇਦ ਪਾਉਣ ਵਾਲੀ ਕੋਈ ਵੀ ਮੱਤ ਮੈਨੂੰ ਨਜ਼ਰ ਨਹੀਂ ਆਉਂਦੀ। ਗੱਲਾਂ ਸਾਰੇ ਹੀ ਰੱਬ ਦੀਆਂ ਕਰਦੇ ਨੇ, ਧਰਮ ਦੇ ਨਾਂ ਤੇ ਕਰਮ ਸਾਰੇ ਹੀ ਕਰਵਾਉਂਦੇ ਪਏ ਨੇ, ਪਰ ਕਹਿੰਦੇ ਨੇ ਉਸ ਮਾਲਕ ਦਾ ਭੇਦ ਜਾਣਨ ਵਾਲਾ ਨਜ਼ਰ ਕੋਈ ਵੀ ਨਹੀਂ ਆਉਂਦਾ ਪਿਆ। ਇਸ ਲਈ ਭੱਟ ਕਹਿੰਦੇ ਨੇ ਵੀ ਦੁਨੀਆ ਦੇ ਲੋਕੋ, ਐਵੇਂ ਭਰਮ ਦੇ ਵਿੱਚ ਭੁੱਲੇ ਨਾ ਫਿਰੋ, ਭਟਕਦੇ ਨਾ ਫਿਰੋ, ਆਓ ਗੁਰੂ ਦੀ ਮੱਤ ਲੈ ਕੇ ਉਸ ਪਰਮੇਸ਼ਵਰ ਦੇ ਸੱਚੇ ਨਾਮ ਨੂੰ ਧਿਆਓ। ਜਦੋਂ ਉਹਨੂੰ ਧਿਆਓਗੇ ਤੇ ਤੁਹਾਡਾ ਜੂਨੀ ਤੋਂ ਸੰਘਾਰ, ਤੁਹਾਡਾ ਇਸ ਗਰਭ ਜੋਨੀ ਤੋਂ ਛੁਟਕਾਰਾ ਹੋ ਜਾਏਗਾ, ਔਰ ਜਮ ਦੀ ਮਾਰ ਤੋਂ ਤੁਹਾਡਾ ਜਿਹੜਾ ਉਹ ਬਚਾਅ ਹੋ ਜਾਏਗਾ। ਤੁਹਾਡੇ ਜਮ ਦੀ ਮਾਰ ਤਾਂ ਛੱਡੋ, ਜਮ ਵੀ ਤੁਹਾਡੇ ਨੇੜੇ ਨਹੀਂ ਆਏਗਾ। ਜਮ ਦੀ ਮਾਰ ਪੈਣੀ ਤਾਂ ਦੂਰ ਦੀ ਗੱਲ ਹੈ, ਵੀ ਜਮ ਦੀ ਮਾਰ ਪਏਗੀ, ਜਿਸ ਜਮ ਦੀ ਮਾਰ ਪੈਣੀ ਉਹ ਤਾਂ ਜਮ ਵੀ ਨੇੜੇ ਨਹੀਂ ਆਏਗਾ, ਜਮ ਦੇ ਦੂਤ ਵੀ ਨੇੜੇ ਨਹੀਂ ਆਉਣਗੇ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ
ਸ਼ਰਣੀ ਪਾਇਆ। ਜਦੋਂ ਤੂੰ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਸ਼ਬਦ ਦੀ ਟੇਕ ਲੈ ਕੇ ਮਨ ਦਾ ਸੁਖ ਪਾਲੇਗਾ, ਉਦੋਂ ਜਮ ਕੰਕਰ ਨੇੜ ਨਾ ਆਇਆ। ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਹੀਂ, ਜਮ ਨਹੀਂ ਆਵੇ ਨੇੜੇ। ਉਹਨਾਂ ਦੇ ਨੇੜੇ ਤੇ ਜਮ ਵੀ ਨਹੀਂ ਆਉਂਦਾ। ਪਰ ਕਰਨਾ ਕੀ ਹੈ? ਬਹੁਤੇ ਕਰਮ ਕਰਨ ਦੀ ਬਜਾਏ ਇੱਕ ਕਰਮ ਅਸੀਂ ਕਰੀਏ, ਗੁਰੂ ਦੀ ਮੱਤ ਲੈ ਕੇ ਉਹਦੇ ਨਾਮ ਨੂੰ ਧਿਆਈਏ, ਉਹਦੇ ਨਾਮ ਨੂੰ ਧਿਆਉਣਾ ਕਰੀਏ, ਤਾਂ ਅਸੀਂ ਫਿਰ ਇਸ ਗਰਭ ਜੋਨੀ ਤੋਂ ਛੁਟਕਾਰਾ ਪਾ ਸਕਦੇ ਹਾਂ। ਮਨ ਪ੍ਰਾਣੀ ਮੁਗਤ ਵਿਚਾਰ, ਅਹਨਸ ਜਪ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਭੱਟ ਜੀ ਕਹਿੰਦੇ ਜੋ ਸਾਨੂੰ ਸਮਝ ਆ ਗਈ ਨਾ ਗੁਰੂ ਦੁਆਰੇ ਆ ਕੇ, ਉਹੀ ਹੁਣ ਦੁਨੀਆ ਨੂੰ ਸਮਝਾਉਂਦਿਆਂ ਕਹਿ ਰਹੇ ਨੇ। ਕਹਿੰਦੇ ਮਨ ਪ੍ਰਾਣੀ ਮੁਗਧ ਵਿਚਾਰ, ਹੇ ਪ੍ਰਾਣੀ ਤੂੰ ਮਨ ਕਰਕੇ ਮੁਗਧ ਹੈ, ਮੂਰਖ ਹੈ, ਤੇਰਾ ਮਨ ਮੂਰਖ ਹੈ, ਸੱਚ ਨੂੰ ਸਮਝਣਾ ਨਹੀਂ ਚਾਹੁੰਦਾ, ਝੂਠ ਦੇ ਮਗਰ ਲੱਗਾ ਹੋਇਆ ਹੈ, ਨਾਸ਼ਵੰਤ ਪਦਾਰਥਾਂ ਦੇ ਮਗਰ ਲੱਗਾ ਹੋਇਆ ਹੈ। ਜੋ ਸਦੀਵੀ ਹੈ ਉਹਦੇ ਨਾਲ ਜੁੜਨਾ ਨਹੀਂ ਚਾਹੁੰਦਾ, ਜੋ ਨਾਸ਼ਵੰਤ ਹੈ ਉਹਦੇ ਨਾਲ ਜੁੜਿਆ ਹੋਇਆ, ਇਹਨੂੰ ਹੀ ਮੂਰਖ ਕਹਿੰਦੇ। ਜਿਹੜਾ ਸੱਚ ਨੂੰ ਛੱਡ ਕੇ ਝੂਠ ਨਾਲ ਜੁੜਿਆ ਹੋਵੇ, ਸੱਚ ਨੂੰ ਸਮਝਣਾ ਨਾ ਚਾਹੁੰਦਾ ਹੋਵੇ, ਉਹਨੂੰ ਮੂਰਖ ਕਹਿੰਦੇ ਨੇ। ਕਹਿੰਦੇ ਮਨ ਇਹ ਪ੍ਰਾਣੀ, ਜਿਹੜੇ ਪ੍ਰਾਣਾਂ ਨਾਲ ਸਾਡਾ ਜੀਵਨ ਚੱਲ ਰਿਹਾ ਹੈ, ਹੇ ਪ੍ਰਾਣੀ ਤੇਰਾ ਮਨ ਮੂਰਖ ਹੈ, ਵਿਚਾਰ ਕੇ ਵੇਖ, ਅਹਨਸ ਜਪ, ਤੇ ਦਿਨ ਰਾਤ ਜਦੋਂ ਵਿਚਾਰਾਂਗੇ ਤਾਂ ਸਮਝ ਵੀ ਗੱਲ ਵਿਚਾਰ ਕਰਕੇ ਸਮਝ ਆਉਣੀ ਹੈ, ਵਿਚਾਰ ਕਰਕੇ ਸਮਝ ਲੈ, ਸਮਝ ਕੇ ਅਹਨਿਸ ਜਪ, ਦਿਨ ਰਾਤ ਇੱਕ ਨੂੰ ਹੀ ਜਪਣਾ ਕਰ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇੱਕ ਦਿਨ ਰਾਤ ਉਹਦਾ ਜਪ ਆਪਣੇ ਅੰਦਰ ਜਿਹੜਾ ਬਣਾ, ਉਹਨੂੰ ਜਪਣਾ ਕਰ, ਉਹਨੂੰ ਸਿਮਰਨਾ ਕਰ। ਧਰਮ ਕਰਮ ਪੂਰੈ ਸਤਿਗੁਰ ਪਾਈ ਹੈ। ਇਹ ਜਿਹੜਾ ਧਰਮ ਦਾ ਕਰਮ ਕਰਨਾ ਹੈ ਨਾ, ਇਹ ਪੂਰੇ ਸਤਿਗੁਰੂ ਦੇ ਦਰ ਤੇ ਆ ਕੇ ਪ੍ਰਾਪਤ ਹੋਣਾ ਹੈ। ਇਹ ਉੱਤਮ ਕਰਮ, ਸ੍ਰੇਸ਼ਟ ਕਰਮ ਜਿਹੜਾ ਅਸੀਂ ਧਰਮ ਦੀ ਦੁਨੀਆ 'ਚ ਕਰਨਾ, ਉਹ ਪੂਰੇ ਸਤਿਗੁਰੂ ਦੇ ਮਿਲਾਪ ਵਿੱਚ ਹੀ ਪ੍ਰਾਪਤ ਹੁੰਦਾ ਹੈ। ਹੋ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ। ਦੋ ਅਰਥ ਇਹਦੇ ਸਮਝ ਲੈਣਾ। ਇੱਕ ਤਾਂ ਗੁਰੂ ਰਾਮਦਾਸ ਜੀ ਦੀ ਉਸਤਤ ਹੋ ਰਹੀ ਹੈ, ਤੇ ਭੱਟ ਜੀ ਕਹਿੰਦੇ ਨੇ ਜਿਸ ਗੁਰੂ ਦੇ ਮਿਲਾਪ ਵਿੱਚ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਜਿਸ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਧਰਮ ਦਾ ਕਰਮ ਕਰਨ ਦੀ ਜਾਚ ਆਉਂਦੀ ਹੈ, ਮੈਂ ਉਸ ਸਤਿਗੁਰੂ ਤੋਂ, ਉਸ ਸਤਿਗੁਰੂ ਦੇ ਨਾਮ ਤੋਂ ਬਲਹਾਰੇ ਜਾਵਾਂ, ਸਤਿਗੁਰੂ ਤੋਂ ਸਦਕੇ ਜਾਵਾਂ, ਐਸੇ ਸਤਿਗੁਰੂ ਤੋਂ ਕੁਰਬਾਨ ਹੋ ਜਾਵਾਂ ਜਿਸ ਸਤਿਗੁਰੂ ਨੇ ਮੈਨੂੰ ਭਰਮ ਵਿੱਚੋਂ, ਭਲੇਖੇ ਵਿੱਚੋਂ ਕੱਢ ਕੇ ਸਿੱਧੇ ਮਾਰਗ ਤੇ ਪਾ ਦਿੱਤਾ। ਭੂਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਕਹਿੰਦੇ ਐਸਾ ਗੁਰੂ ਮੈਨੂੰ ਵੱਡੇ ਭਾਗ ਨਾਲ ਪ੍ਰਾਪਤ ਹੋਇਆ, ਜਿਹਨੇ ਮੈਨੂੰ ਭੁੱਲੇ ਭਟਕੇ ਹੋਏ ਨੂੰ ਸਿੱਧਾ ਰਸਤਾ ਦਿਖਾ ਦਿੱਤਾ। ਦੂਜਾ ਅਰਥ, ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ। ਇਹ ਸਤਿਗੁਰ, ਸੱਚਾ ਗਿਆਨ ਦੇਣ ਵਾਲੇ ਸਤਿਗੁਰੂ ਜੀ, ਜਿਹੜਾ ਨਾਮ ਤੁਸੀਂ ਮੈਨੂੰ ਦਿੱਤਾ ਹੈ, ਸਾਚੇ ਨਾਮ ਪਰ, ਸੱਚੇ ਨਾਮ ਉਤੋਂ ਮੈਂ ਸਦਕੇ ਜਾਵਾਂ, ਮੈਂ ਬਲਹਾਰੇ ਜਾਵਾਂ। ਮੈਨੂੰ ਜੋਗੀਆਂ ਨੇ ਬੜੀਆਂ ਸਾਧਨਾਵਾਂ ਦਸੀਆਂ ਸੀ, ਪਰ ਉਹਦਾ ਮਨ ਤੇ ਕੋਈ ਅਸਰ ਨਹੀਂ ਹੋਇਆ, ਮਨ ਵਿੱਚ ਸਕੂਨ ਨਹੀਂ, ਮਨ ਵਿੱਚ ਟਿਕਾ ਨਹੀਂ ਮਿਲਿਆ, ਮਨ ਨੂੰ ਪਰਮ ਸੁੱਖ ਦੀ ਪ੍ਰਾਪਤੀ ਨਹੀਂ ਹੋਈ। ਬੜੇ ਤਰ੍ਹਾਂ ਦੇ ਗਲ ਵਿੱਚ ਜਿਹੜੇ ਮਾਲਾ ਵੀ ਪਾ ਲਈਆਂ, ਹੱਥ ਦੇ ਵਿੱਚ ਨਗ ਵੀ ਪਾਲੇ, ਧਾਗੇ ਵੀ ਪਾਲੇ, ਤਵੀਤ ਵੀ ਪਾਲੇ। ਜਿਵੇਂ ਕਿਸੇ ਨੇ ਕਿਹਾ ਜਾ ਕੇ ਦਾਨ ਪੁੰਨ ਵੀ ਬਥੇਰਾ ਕਰ ਲਿਆ, ਵਰਤ ਵੀ ਬੜੇ ਰੱਖ ਕੇ ਵੇਖ ਲਏ, ਪਰ ਜਿਹੜਾ ਅੰਦਰ ਮਨ ਵਿੱਚ ਸਕੂਨ ਚਾਹੀਦਾ ਸੀ ਉਹ ਨਹੀਂ ਮਿਲਿਆ। ਜੋ ਸਰਬ ਉੱਤਮ ਸ੍ਰੇਸ਼ਟ ਸੁਖ ਚਾਹੀਦਾ ਸੀ ਉਹਦੀ ਪ੍ਰਾਪਤੀ ਨਹੀਂ ਹੋਈ। ਪਰ ਸਤਿਗੁਰ ਤੁਹਾਡੀ ਸ਼ਰਨ ਵਿੱਚ ਆ ਕੇ ਜਦੋਂ ਇਸ ਸ਼ਬਦ ਦੀ ਟੇਕ ਲਈ, ਜਦੋਂ ਸ਼ਬਦ ਦਾ ਆਸਰਾ ਲਿਆ, ਸ਼ਬਦ ਨਾਲ ਉਸ ਨਿਰੰਕਾਰ ਨਾਲ ਲਿਵ ਜਦੋਂ ਲੱਗਣੀ ਸ਼ੁਰੂ ਹੋਈ, ਤਾਂ ਮਨ ਨੂੰ ਬੜੀ ਕਹਿੰਦੇ ਅੰਦਰ ਜਿਹੜੀ ਹੈ ਖੁਸ਼ੀ, ਆਨੰਦ, ਖੇੜਾ
ਜਾਂ ਸਰਬ ਉੱਤਮ ਸੁਖ ਦੀ ਪ੍ਰਾਪਤੀ ਹੋਈ। ਇਸ ਲਈ ਜਿਸ ਨਾਮ ਦੇ ਰਾਹੀਂ ਮਨ ਨੂੰ ਅੰਦਰ ਸ਼ੀਤਲਤਾ ਮਿਲ ਗਈ, ਤਪਦੇ ਹੋਏ ਮਨ ਨੂੰ ਵਿਕਾਰਾਂ ਦੀ ਅੱਗ ਤੋਂ ਰਾਹਤ ਮਿਲ ਗਈ, ਮੈਂ ਉਸ ਨਾਮ ਤੋਂ ਬਲਿਹਾਰੇ ਜਾਵਾਂ, ਮੈਂ ਉਸ ਨਾਮ ਤੋਂ ਸਦਕੇ ਜਾਵਾਂ। ਸੰਬੋਧਨ ਕਿਹਨੂੰ ਕਰਨਾ ਹੈ? ਸਤਿਗੁਰੂ ਨੂੰ, ਕਿਉਂਕਿ ਸਤਿਗੁਰੂ ਦੇ ਰਾਹੀਂ ਹੀ ਇਹ ਗਿਆਨ ਮਿਲਿਆ। ਜਿਹਦੇ ਰਾਹੀਂ ਸਾਨੂੰ ਕੋਈ ਬਖਸ਼ਿਸ਼ ਮਿਲਦੀ ਹੈ ਅਸੀਂ ਉਹਦਾ ਧੰਨਵਾਦ ਕਰਦੇ ਹਾਂ ਨਾ, ਤੇ ਸਾਡਾ ਫਰਜ਼ ਹੈ ਅਸੀਂ ਸਤਿਗੁਰੂ ਦਾ ਵੀ ਧੰਨਵਾਦ ਕਰੀਏ, ਜਿਨ੍ਹਾਂ ਰਾਹੀਂ ਸਾਨੂੰ ਇਹ ਰੱਬੀ ਬਾਣੀ ਦਾ ਖਜ਼ਾਨਾ ਮਿਲਿਆ, ਜਿਨ੍ਹਾਂ ਰਾਹੀਂ ਸਾਨੂੰ ਸੱਚੇ ਨਾਮ ਨਾਲ ਜੁੜਨ ਦੀ ਪ੍ਰੇਰਣਾ ਮਿਲਦੀ ਹੈ। ਇਸ ਲਈ ਕਹਿ ਰਹੇ ਨੇ, ਹਉ ਮੈਂ ਬਲ ਬਲ ਜਾਉ, ਸਦਕੇ ਜਾਵਾਂ, ਕੁਰਬਾਨ ਜਾਵਾਂ। ਸਤਿਗੁਰ, ਹੇ ਸਤਿਗੁਰੂ ਸੱਚੇ ਪਾਤਸ਼ਾਹ, ਸਾਚੇ ਨਾਮ ਪਰ, ਉਸ ਸੱਚੇ ਨਾਮ ਤੋਂ ਮੈਂ ਬਲਿਹਾਰੇ ਸਦਕੇ ਜਾਵਾਂ। ਕਵਨ ਉਪਮਾ ਦਿਓ, ਕਵਨ ਸੇਵਾ ਸਰਿਓ, ਏਕ ਮੁਖ ਰਸਨਾ ਰਸੋ ਜੁਗ ਜੋਰ ਕਰ। ਗੁਰੂ ਰਾਮਦਾਸ ਪਾਤਸ਼ਾਹ ਜੀ ਦੁਨੀਆ ਵਿੱਚ ਭਟਕਦੇ ਹੋਏ ਲੋਕ ਜਦੋਂ ਤੁਹਾਡੇ ਦਰ ਤੇ ਆਉਂਦੇ ਨੇ, ਤੁਹਾਡੇ ਘਰ ਵਿੱਚ ਵਰਤ ਰਹੀਆਂ ਜਿਹੜੀਆਂ ਬਖਸ਼ਿਸ਼ਾਂ ਨੇ, ਵਰਤ ਲਈ ਜਿਹੜੀ ਕਲਾ ਹੈ, ਉਹਨੂੰ ਜਦੋਂ ਮਹਿਸੂਸ ਕਰਦੇ ਨੇ, ਜਦੋਂ ਤੁਹਾਡੇ ਘਰ ਵਿੱਚ ਸ਼ਬਦ ਨਾਲ ਜੁੜਦੇ ਨੇ, ਤੇ ਹਰ ਇੱਕ ਦਾ ਅੰਦਰ ਹਿਰਦਾ ਕਹਿੰਦਾ ਵੀ ਮੈਂ ਗੁਰੂ ਰਾਮਦਾਸ ਜੀ ਤੁਹਾਡੇ ਘਰ, ਤੁਹਾਡੇ ਦਰ ਤੋਂ ਬਲਿਹਾਰੇ ਜਾਵਾਂ, ਸਦਕੇ ਜਾਵਾਂ। ਦੂਜੀ ਗੱਲ ਕਹਿੰਦੇ ਨੇ, ਅਸੀਂ ਆਪਣੀ ਇੱਕ ਰਸਨਾ ਤੋਂ ਕਿਹੜੇ ਬੋਲ ਬੋਲ ਕੇ ਤੁਹਾਡੀ ਉਪਮਾ ਕਰੀਏ, ਕਿਉਂਕਿ ਜਿੰਨੀ ਉਪਮਾ ਤੁਹਾਡੀ ਕਰ ਲਾਂਗੇ ਉਨੀ ਹੀ ਥੋੜੀ ਹੈ। ਜਿੰਨੇ ਵੀ ਤੁਹਾਡੇ ਗੁਣ ਗਾ ਲਵਾਂਗੇ ਉਨੇ ਹੀ ਥੋੜੇ ਹੋਣਗੇ। ਕਵਨ ਉਪਮਾ ਦਿਓ, ਦਿਓ ਦਾ ਅਰਥ ਕੀ ਹੁੰਦਾ ਹੈ? ਮੈਂ ਤੁਹਾਡੀ ਉਪਮਾ ਕਿਹਦੇ ਨਾਲ ਕਰਾਂ? ਮੈਨੂੰ ਦੁਨੀਆ ਵਿੱਚ ਚਾਰ ਸ਼ਫੇਰੇ ਕੋਈ ਵੀ ਐਸਾ ਨਜ਼ਰ ਨਹੀਂ ਆ ਰਿਹਾ ਜਿਹਦੀ ਤੁਲਨਾ ਤੁਹਾਡੇ ਨਾਲ ਕਰਕੇ ਕਵਾਂ ਕਿ ਗੁਰੂ ਰਾਮਦਾਸ ਜੀ ਤੁਹਾਡਾ ਘਰ ਐਸਾ ਹੈ, ਤੁਹਾਡਾ ਦਰ ਐਸਾ ਹੈ, ਗੁਰੂ ਰਾਮਦਾਸ ਜੀ ਤੁਹਾਡਾ ਜੀਵਨ ਐਸਾ ਹੈ, ਮੈਂ ਕਿਹਦੇ ਨਾਲ ਤੁਹਾਡੀ ਉਪਮਾ ਦਿਆਂ? ਕੋਈ ਵੀ ਦੁਨੀਆ ਦੇ ਵਿੱਚ ਦੂਜਾ ਹੋਰ ਕੋਈ ਹੈ ਹੀ ਨਹੀਂ ਜਿਹਦੇ ਨਾਲ ਮੈਂ ਉਪਮਾ ਤੁਹਾਡੀ ਦੇ। ਦੇਖੋ, ਸਾਨੂੰ ਪੂਰਾ ਸਤਿਗੁਰ ਵੀ ਉਹ ਦਿੱਤਾ ਜਿਹਦੀ ਉਪਮਾ ਕਿਸੇ ਦੂਜੇ ਨਾਲ ਨਹੀਂ ਦਿੱਤੀ ਜਾ ਸਕਦੀ, ਔਰ ਸਾਨੂੰ ਦਰ ਵੀ ਉਹ ਦਿੱਤਾ ਜਿਹਦੇ ਵਰਗਾ ਦੁਨੀਆ 'ਚ ਹੋਰ ਦਰ ਹੋ ਵੀ ਨਹੀਂ ਸਕਦਾ। ਡਿਠੇ ਸਭੇ ਥਾਮ ਨਹੀਂ ਤੁਧ ਜਿਹਿਆ। ਤੇ ਜਿਸ ਸਤਿਗੁਰੂ ਨਾਲ ਜੁੜੇ ਆ ਉੱਥੇ ਵੀ ਕਹਿ ਸਕਦੇ ਆ ਡਿਠੇ ਸਭੇ ਥਾਮ ਨਹੀਂ ਤੁਧ ਜਿਹਿਆ। ਫਿਰ ਅਸੀਂ ਉਪਮਾ ਕਿਹਦੇ ਨਾਲ ਦਈਏ ਕਿ ਫਲਾਣਾ ਜਿਹੜਾ ਹੈ ਉਹ ਗੁਰੂ ਰਾਮਦਾਸ ਜੀ ਵਰਗਾ ਨਹੀਂ, ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਸਤਿਗੁਰੂ ਜਿਹੜੇ ਤੁਹਾਡੇ ਦਰ ਤੇ ਆ ਕੇ ਬਖਸ਼ਿਸ਼ਾਂ ਮਿਲਦੀਆਂ ਨੇ, ਤੁਹਾਡੀ ਉਪਮਾ ਕਰਨੀ ਹੋਵੇ ਤੇ ਕਿਹਦੇ ਨਾਲ, ਕਿਹਦਾ ਨਾਮ ਲੈ ਕੇ, ਕਿਹਦੇ ਨਾਲ ਤੁਲਨਾ ਕਰਕੇ ਤੁਹਾਡੀ ਉਪਮਾ ਕਰੀਏ? ਕਵਨ ਉਪਮਾ ਦਿਓ, ਕਵਨ ਸੇਵਾ ਸਰਿਓ। ਮੈਂ ਕਿਹੜੀ ਐਸੀ ਭਾਵਨਾ ਦੇ ਨਾਲ ਤੁਹਾਡੇ ਦਰ ਤੇ ਆ ਕੇ ਸੇਵਾ ਕਰਾਂ, ਕਿਸ ਢੰਗ ਨਾਲ ਕਰਾਂ ਜਿਹਦੇ ਨਾਲ ਤੁਹਾਡੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਜਾਣ। ਬਸ ਇੱਕ ਗੱਲ ਸਮਝ ਵਿੱਚ ਆਈ ਹੈ, ਆ ਦੋ ਗੱਲਾਂ ਕਰਕੇ ਇਸ ਤੋਂ ਬਾਅਦ ਇੱਕੋ ਗੱਲ ਸਮਝ ਵਿੱਚ ਆਈ ਹੈ, ਤੇ ਕਰਾਂ ਤੇ ਕੀ ਕਰਾਂ? ਏਕ ਮੁਖ ਰਸਨਾ ਰਸੋ ਜੁਗ ਜੋਰ ਕਰ। ਜੁਗ ਕਹਿੰਦੇ ਦੋ, ਜੋਰ ਦਾ ਮਤਲਬ ਜੋੜਨਾ, ਕਰ ਦਾ ਮਤਲਬ ਹੁੰਦਾ ਹੱਥ। ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾਂ ਆਣੈ ਰਾਸ। ਕਰ ਦਾ ਅਰਥ ਹੁੰਦਾ ਹੱਥ। ਸਾਨੂੰ ਇੱਕੋ ਗੱਲ ਸਮਝ ਆਈ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡੇ ਦਰ ਤੇ ਆ ਕੇ ਦੋਵੇਂ ਹੱਥ ਜੋੜ ਲੈਣਾ, ਇਹ ਸਭ ਤੋਂ ਵੱਡੀ ਸੇਵਾ ਹੈ। ਇਹ ਬਹੁਤ ਵੱਡਾ ਪੁੰਨ ਹੈ। ਦੁਨੀਆ ਤਰ੍ਹਾਂ ਤਰ੍ਹਾਂ ਦੇ ਪੁੰਨ ਦੱਸਦੀ ਹੈ। ਰੋਜ਼ ਆਪਾਂ ਬਾਣੀ ਵਿੱਚ ਅਭਿਆਸ ਕਰਦੇ ਹਾਂ, ਕਰ ਅੰਜਲੀ ਪੁੰਨ ਵੱਡਾ ਹੈ। ਇਹ ਬਹੁਤ ਵੱਡਾ ਪੁੰਨ ਹੈ। ਨਿਮਰਤਾ ਵਿੱਚ ਆ ਕੇ, ਪਿਆਰ ਵਿੱਚ ਭਿੱਜ ਕੇ ਦੋਵੇਂ ਹੱਥ ਜਿਹੜੇ ਨੇ ਉਹ ਜੋੜ ਲੈਣੇ, ਇਹ ਵੀ ਇੱਕ ਬਹੁਤ ਵੱਡੀ ਨਿਮਰਤਾ। ਕਿਉਂਕਿ ਹੰਕਾਰੀ ਬੰਦੇ ਦਾ ਹੱਥ ਨਹੀਂ ਜੇ ਜੁੜਦਾ। ਜਿਹਦੇ ਅੰਦਰ ਹੰਕਾਰ ਹੋਏਗਾ, ਹੰਕਾਰੀ ਬੰਦੇ ਦਾ ਹੱਥ ਉੱਠਦਾ ਤੇ ਜ਼ਰੂਰ ਹੈ, ਪਰ ਹੰਕਾਰੀ ਬੰਦੇ ਦਾ ਹੱਥ ਜੁੜਦਾ ਕਦੇ ਵੀ ਨਹੀਂ। ਦੋਵੇਂ ਹੱਥ ਕਿਹਦੇ ਜੁੜਦੇ ਨੇ? ਜਿਹਦੇ ਅੰਦਰ ਨਿਮਰਤਾ ਤੇ ਪਿਆਰ ਹੋਏਗਾ। ਤੇ ਗੁਰੂ ਰਾਮਦਾਸ ਜੀ
ਤੁਹਾਡੇ ਦਰ ਤੇ ਆ ਕੇ ਤੇ ਅਸੀਂ ਨਿਮਰਤਾ ਸਿੱਖਦੇ ਹਾਂ ਕਿ ਕਿਵੇਂ ਨਿਮਰਤਾ ਵਿੱਚ ਰਹਿਣਾ ਹੈ। ਤੁਹਾਡੇ ਦਰ ਤੇ ਆ ਕੇ ਤੇ ਸਾਨੂੰ ਪਤਾ ਲੱਗਦਾ ਵੀ ਕਿਵੇਂ ਪਿਆਰ ਭਾਵਨਾ ਦੇ ਵਿੱਚ ਰਹਿਣਾ ਹੈ। ਗੁਰੂ ਰਾਮਦਾਸ ਜੀ ਦੇ ਰਿਸ਼ਤੇਦਾਰ ਲਾਹੌਰ ਤੋਂ ਚੱਲ ਕੇ ਆਏ ਸੀ ਨਾ ਗੁਰੂ ਅਮਰਦਾਸ ਜੀ ਦੇ ਘਰ ਗੋਇੰਦਵਾਲ ਸਾਹਿਬ, ਤੇ ਆਉਂਦਿਆਂ ਸਾਰੀ ਅੱਗ ਬਬੂਲੇ ਹੋ ਗਏ। ਗੁੱਸਾ ਕ੍ਰੋਧ ਅੱਖਾਂ ਲਾਲ ਕਰ ਲਈਆਂ ਕਿ ਤੂੰ ਇੱਥੇ ਆ ਕੇ ਰਿਹਾ ਵਿਆਹਿਆ ਤੇ ਆਪਣੇ ਇਸ ਘਰ ਵਿੱਚ ਰਹਿ ਕੇ ਤੇ ਇੱਥੇ ਹੀ ਮਿੱਟੀ ਦੀਆਂ ਟੋਕਰੀਆਂ ਢੋਈ ਜਾਂਦਾ। ਪਰ ਗੁਰੂ ਰਾਮਦਾਸ ਜੀ ਅੰਦਰ ਕਿੰਨੀ ਨਿਮਰਤਾ ਸੀ, ਕਿੰਨਾ ਅੰਦਰ ਪਿਆਰ ਭਰਿਆ ਸੀ ਕਿ ਕ੍ਰੋਧ ਤੇ ਵਿਰੋਧ ਦਾ ਜਵਾਬ ਵੀ ਪਿਆਰ ਵਿੱਚ ਦਿੰਦੇ ਨੇ। ਸਾਨੂੰ ਮਾੜਾ ਜਿਹਾ ਕੋਈ ਗੁੱਸੇ ਨਾਲ ਬੋਲੇ, ਅਸੀਂ ਉਹਦੇ ਨਾਲ ਦੁੱਗਣੀਆਂ ਅੱਖਾਂ ਲਾਲ ਕਰਕੇ ਉਹਨੂੰ ਅੱਗੋਂ ਬੋਲਦੇ ਆਂ। ਫਿਰ ਫਰਕ ਕੀ ਰਹਿ ਗਿਆ? ਇੱਕ ਨੇ ਕ੍ਰੋਧ ਵਿੱਚ ਆ ਕੇ ਬੋਲਿਆ, ਦੂਜੇ ਨੇ ਉਹਦੇ ਨਾਲੋਂ ਵੱਧ ਕੇ ਕ੍ਰੋਧ ਵਿੱਚ ਜਵਾਬ ਦਿੱਤਾ। ਫਰਕ ਤੇ ਕੋਈ ਨਹੀਂ ਰਹਿ ਗਿਆ। ਮਹਾਨ ਉਹ ਹੈ ਕਿ ਜਿਹੜਾ ਸਾਹਮਣੇ ਵਾਲਾ ਕ੍ਰੋਧ ਵਿੱਚ ਆ ਕੇ ਕੋੜੇ ਤੋਂ ਕੋੜਾ ਬੋਲ ਬੋਲਦਾ ਹੈ, ਪਰ ਇਹ ਆਪਣੇ ਅੰਦਰ ਦੀ ਨਿਮਰਤਾ, ਆਪਣੇ ਅੰਦਰ ਦਾ ਪਿਆਰ ਨਹੀਂ ਤਿਆਗਦਾ ਪਿਆ। ਉਹਨੂੰ ਕਿਹਾ ਜਾ ਸਕਦਾ ਇਹ ਮਹਾਨ ਹੈ ਕਿ ਇੰਨਾ ਕ੍ਰੋਧ ਸਾਹਮਣੇ ਵਾਲੇ ਨੇ ਕੀਤਾ, ਪਰ ਉਹਦੇ ਕ੍ਰੋਧ ਨੂੰ ਵੇਖ ਕੇ ਇਹਨੇ ਆਪਣੇ ਅੰਦਰ ਵਿਰੋਧ ਪੈਦਾ ਨਹੀਂ ਕੀਤਾ, ਸਗੋਂ ਉਹਦਾ ਜਵਾਬ ਪਿਆਰ ਤੇ ਭਾਵਨਾ ਨਾਲ। ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਘਰ ਆ ਕੇ ਇਹੀ ਤਾਂ ਤੁਸੀਂ ਸਿੱਖਿਆ ਸੀ ਕਿ ਫਰੀਦਾ ਜੋ ਤੈਂ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁੰਮ, ਆਪ ਨੜੇ ਘਰ ਜਾਈਏ ਪੈਰ ਤਿਨਾਂ ਦੇ ਚੁੰਮ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ। ਇਸ ਲਈ ਗੁਰੂ ਰਾਮਦਾਸ ਜੀ ਕਵਨ ਉਪਮਾ ਦਿਓ, ਕਿਹਦੇ ਨਾਲ ਤੁਹਾਡੀ ਉਪਮਾ ਦਈਏ? ਕਵਨ ਸੇਵਾ ਸਰਿਓ, ਕਿਹੜੀ ਤੁਹਾਡੇ ਦਰ ਤੇ ਆ ਕੇ ਉਹ ਸੇਵਾ ਵਿੱਚ ਜੁੜੀਏ। ਤਾਂ ਸਮਝ ਆਈ ਕਿ ਏਕ ਮੁਖ ਰਸਨਾ ਰਸੋ, ਆਪਣੇ ਇੱਕ ਮੁਖ ਤੇ ਇੱਕ ਜੀਭਾ ਜਿਹੜੀ ਸਾਨੂੰ ਮਹਾਰਾਜ ਨੇ ਦਿੱਤੀ ਹੈ ਪਰਮਾਤਮਾ ਨੇ, ਇਸ ਇੱਕ ਮੁਖ ਤੋਂ ਆਪਣੀ ਰਸਨਾ ਤੋਂ ਰਸੀਲੇ ਰਸ ਨਾਲ ਭਰੇ ਹੋਏ ਮਿੱਠੇ ਬੋਲਾਂ ਨਾਲ ਅਸੀਂ ਰੋਜ਼ ਤੁਹਾਡੇ ਦਰ ਤੇ ਆ ਕੇ ਕਹੀਏ, ਜੁਗ ਜੋਰ ਕਰ, ਦੋਵੇਂ ਹੱਥ ਜੋੜ ਕੇ ਅਸੀਂ ਭਾਵਨਾ ਨਾਲ ਕਹੀਏ, ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ, ਰੱਖੋ ਸ਼ਰਨਾਈ, ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲਓ। ਬਸ ਇਹ ਸਮਝ ਆਈ ਕਿ ਇੱਕ ਰਸਨਾ ਤੋਂ ਰਸ ਨਾਲ ਪਿਆਰ ਨਾਲ ਭਰਿਆ ਹੋਇਆਂ ਅਸੀਂ ਇਸ ਤਰ੍ਹਾਂ ਭਾਵਨਾ ਨਾਲ ਬੋਲ ਉਚਾਰੀਏ ਤੇ ਦੋਏ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਖਲੋ ਕੇ ਬੇਨਤੀ ਕਰੀਏ। ਬਸ ਇਹੀ ਗੱਲ ਸਮਝ ਆਈ ਹੈ। ਹੁਨ ਮਨ ਬਚ ਕਰਮ ਜਾਨ, ਅਨੰਤ ਦੂਜਾ ਨਾ ਮਾਨ, ਨਾਮ ਸੋ ਅਪਾਰ ਸਾਰ, ਦੀਨੋ ਗੁਰ ਅਰਿਦ ਧਰ। ਫੁੰਨ ਦਾ ਅਰਥ ਹੈ ਫਿਰ। ਇੱਕ ਤੇ ਇਹ ਸਮਝ ਆ ਗਈ ਕਿ ਆਪਣੀ ਰਸਨਾ ਤੋਂ ਪਿਆਰ ਨਾਲ ਅਸੀਂ ਤੁਹਾਡੇ ਦਰ ਤੇ ਆ ਕੇ ਤੁਹਾਡਾ ਨਾਮ ਜਿਹੜਾ ਉਹ ਲਈਏ, ਤੇ ਦੂਜਾ ਦੋਏ ਹੱਥ ਜੋੜ, ਇਹ ਨਿਮਰਤਾ ਦੀ ਨਿਸ਼ਾਨੀ ਹੈ, ਪਿਆਰ ਦੀ। ਦੋਨੋਂ ਹੱਥ ਜੋੜ ਕੇ ਅਸੀਂ ਤੁਹਾਡੇ ਦਰ ਤੇ ਖਲੋ ਜਾਈਏ। ਫਿਰ ਫੁੰਨ ਦਾ ਅਰਥ ਹੁੰਦਾ ਫਿਰ ਕੀ? ਮਨ ਬਚ ਕਰਮ ਜਾਨ, ਅਨੰਤ ਦੂਜਾ ਨਾ ਮਾਨ। ਫਿਰ ਅਸੀਂ ਤੁਹਾਡੇ ਦਰ ਤੇ ਆ ਕੇ ਇਸ ਭਾਵਨਾ ਨਾਲ ਜੁੜ ਜਾਈਏ ਕਿ ਮਨ ਬਚ ਕਰਮ ਕਰਕੇ ਸਾਨੂੰ ਜਾਣਕਾਰੀ ਮਿਲ ਜਾਏ ਕਿ ਅਸੀਂ ਮਨ ਬੰਜ ਔਰ ਬਚਨਾ ਤੇ ਕਰਮ ਕਰਕੇ ਅਸੀਂ ਇੱਕ ਹੋਣਾ। ਇਹ ਨਹੀਂ ਕਿ ਕਰਮ ਕੋਈ ਹੋਰ ਕਰ ਰਹੇ ਹਾਂ ਤੇ ਅਸੀਂ ਮੁਖ ਤੋਂ ਬੋਲ ਕੁਝ ਹੋਰ ਰਹੇ ਹਾਂ ਤੇ ਮਨ ਅੰਦਰ ਚਾਹੁੰਦਾ ਕੁਝ ਹੋਰ ਹੈ। ਤਿੰਨ ਹਿੱਸਿਆਂ 'ਚ ਵੰਡੇ ਹੋਏ ਹਾਂ ਅਸੀਂ। ਕਰਮ ਕੋਈ ਹੋਰ ਕਰ ਰਹੇ ਹਾਂ, ਮਨ ਕੁਝ ਹੋਰ ਚਾਹੁੰਦਾ ਹੈ ਤੇ ਮੁਖ ਤੋਂ ਬਚਨ ਅਸੀਂ ਹੋਰ, ਜਾਂ ਕਹਿ ਲਓ ਕਿ ਕਥਨੀ ਹੋਰ ਤੇ ਕਰਨੀ ਹੋਰ ਹੈ। ਜੋ ਸਾਡੀ ਕਥਨੀ ਹੈ, ਕਥਨ ਹੈ, ਉਹ ਸਾਡੀ ਕਰਨੀ ਨਹੀਂ, ਤੇ ਜੋ ਸਾਡੀ ਕਰਨੀ ਹੈ ਉਹ ਅਸੀਂ ਕਥਨ ਕਰਨ ਵਾਸਤੇ ਤਿਆਰ ਨਹੀਂ। ਅਸੀਂ ਤਾਂ ਆਪਣੇ ਇਸ ਕਥਨ ਤੋਂ ਸੱਚ ਬੋਲਣ ਲਈ ਤਾਂ ਤਿਆਰ ਹਾਂ, ਪਰ ਦੂਜਿਆਂ ਦਾ ਆਪਣੇ ਅੰਦਰ ਦਾ ਸੱਚ ਬੋਲਣ ਨੂੰ ਤਿਆਰ ਨਹੀਂ।
ਆਪਣੇ ਆਪੇ ਬਾਰੇ ਦੱਸਣ ਨੂੰ ਤਿਆਰ ਨਹੀਂ ਆ, ਅਸੀਂ ਦੂਜਿਆਂ ਦਾ ਸੱਚ ਦੱਸਣ ਨੂੰ ਤਿਆਰ ਆ। ਇਹ ਫਲਾਣਾ ਇਦਾਂ ਦਾ, ਫਲਾਣਾ ਇਦਾਂ ਦਾ, ਪਰ ਮੈਂ ਆਪਣੇ ਅੰਦਰ ਦਾ ਸੱਚ ਕਿਸੇ ਨੂੰ ਦੱਸਣ ਨੂੰ ਤਿਆਰ ਨਹੀਂ, ਕਿਉਂਕਿ ਜੋ ਮੇਰੀ ਕਰਨੀ ਹੈ ਉਹ ਮੇਰੀ ਕਥਨੀ ਨਹੀਂ, ਤੇ ਜਿਹੜੀ ਮੇਰੀ ਕਥਨੀ ਹੈ ਉਦਾਂ ਦਾ ਮੇਰੀ ਕਰਨੀ ਨਹੀਂ। ਮੈਂ ਕਥਨੀ ਔਰ ਕਰਨੀ ਕਰਕੇ ਇਹੋ ਵੱਖ-ਵੱਖ ਹਾਂ, ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਤੇਰੀ ਕਰਨੀ ਔਰ ਕਥਨੀ ਇੱਕ ਹੋ ਜਾਏ। ਤੇਰੇ ਮਨ ਬਚ ਕਰਮ ਜਿਹੜਾ ਹੈ ਉਹ ਇੱਕੋ ਹੀ ਧਾਗੇ ਦੇ ਵਿੱਚ 3 ਮੋਤੀ ਪਰੋਏ ਜਾਣ। ਤੂੰ 3 ਮੋਤੀ ਜਿਹੜੇ ਨੇ ਮਨ ਬਚ ਕਰਮ, ਇੱਕੋ ਹੀ ਧਾਗੇ ਦੇ ਵਿੱਚ ਇਹਨਾਂ ਨੂੰ ਪਰੋ ਲੈ। ਇਹ ਸਾਨੂੰ ਗਿਆਨ ਗੁਰੂ ਸਾਹਿਬ ਦੇ ਦਰ ਤੇ ਆਇਆ ਮਿਲਦਾ ਹੈ। ਮਨ ਬਚ ਕਰਮ ਜਾਨ, ਜਦੋਂ ਤੁਸੀਂ ਇਸ ਕਰਕੇ ਮਨ ਕਰਕੇ ਬਚਨਾਂ ਰਾਹੀਂ ਔਰ ਕਰਮ ਕਰਕੇ ਇੱਕ ਅਕਾਲ ਪੁਰਖ ਨੂੰ ਜਾਣ ਲਓਗੇ। ਦੂਜਾ ਨਾ ਮਾਨ, ਉਦੋਂ ਤੁਸੀਂ ਮਨ ਵਿੱਚ ਕਿਸੇ ਦੂਜੇ ਨੂੰ ਮੰਨੋਗੇ ਹੀ ਨਹੀਂ, ਉਦੋਂ ਤੁਹਾਡੇ ਮਨ ਵਿੱਚ ਕਿਸੇ ਦੂਜੇ ਦਾ ਧਿਆਨ ਆਏਗਾ ਹੀ ਨਹੀਂ। ਅਸੀਂ ਆਪਣੇ ਆਪਣੇ ਜੀਵਨ ਵਿੱਚ ਝਾਤ ਮਾਰ ਕੇ ਵੇਖੀਏ ਕਿ ਇੱਕ ਤੋਂ ਬਿਨਾਂ ਅਸੀਂ ਦੂਜੇ ਤੀਜੇ ਨੂੰ ਹੋਰ ਕਿੰਨਿਆਂ ਨੂੰ ਮੰਨਦੇ ਹਾਂ। ਇਹ ਤਾਂ ਨਹੀਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਵੀ ਮੰਨਦੇ ਹਾਂ, ਅਸੀਂ ਮੜੀਆਂ ਮਸਾਣਾ ਨੂੰ ਵੀ ਮੰਨਦੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵੀ ਮੰਨਦੇ ਹਾਂ, ਅਸੀਂ ਦੇਹਧਾਰੀਆਂ ਦੇ ਬੋਲੇ ਹੋਏ ਬੋਲ ਵੀ ਅਸੀਂ ਜਿਹੜਾ ਉਹ ਵੀ ਮੰਨਦੇ ਹਾਂ, ਤੇ ਫਿਰ ਹਜੇ ਤੱਕ ਅਸੀਂ ਇੱਕ ਨੂੰ ਜਾਣਿਆ ਨਹੀਂ ਹੈ। ਜੇ ਇੱਕ ਨੂੰ ਜਾਣਿਆ ਹੁੰਦਾ ਤਾਂ ਦੂਜੇ ਨੂੰ ਮੰਨਣ ਦੀ ਗੱਲ ਹੀ ਨਹੀਂ ਸੀ ਅੰਦਰ ਬਣਨੀ, ਦੂਜੇ ਵੱਲ ਧਿਆਨ ਜਾਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੋਣਾ, ਫਿਰ ਅਸੀਂ ਸੁਹਾਗਣ ਵਾਲਾ ਜੀਵਨ ਜਿਉਣਾ ਸੀ। ਪਰ ਜਦੋਂ ਮਨ ਵਿੱਚ ਦੂਜੇ ਦਾ ਧਿਆਨ ਆਉਂਦਾ ਨਾ, ਤੇ ਮਹਾਰਾਜ ਕਹਿੰਦੇ ਹੁਣ ਤੂੰ ਸੁਹਾਗਣ ਨਹੀਂ, ਹੁਣ ਤੂੰ ਦੁਹਾਗਣ ਹੋ ਗਿਆ। ਹੁਣ ਦੁਹਾਗਣ ਹੋ ਕੇ ਤੂੰ ਜਿੰਨੇ ਮਰਜ਼ੀ ਕਰਮ ਕਰੀ ਜਾ, ਤੇਰੇ ਲੱਖਾਂ ਸ਼ਿੰਗਾਰ ਕੀਤੇ ਹੋਏ ਬੇਕਾਰ ਚਲੇ ਜਾਣਗੇ। ਭਾ ਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੇਤ। ਇਸ ਲਈ ਕਹਿੰਦੇ ਜਿਨ੍ਹਾਂ ਨੇ ਮਨ ਬਚ ਕਰਮ ਕਰਕੇ ਇੱਕ ਨੂੰ ਜਾਣ ਲਿਆ, ਅਨੰਤ ਨ ਦੂਜਾ ਮਾਨ, ਉਹ ਦੂਜੇ ਨੂੰ ਮੰਨਦਾ ਹੀ ਨਹੀਂ। ਅਨੰਤ ਦੂਜਾ ਨ ਮਾਨ, ਉਹ ਕਿਸੇ ਦੂਜੇ ਨੂੰ ਮਨ ਵਿੱਚ ਨਹੀਂ ਮੰਨਦੇ ਧਿਆਉਂਦੇ, ਉਹ ਸਿਰਫ ਇੱਕ ਨਾਲ ਜੁੜ ਜਾਂਦੇ ਨੇ। ਨਾਮ ਸੋ ਅਪਾਰ ਸਾਰ, ਦੀਨੋ ਗੁਰ ਰਿਦ ਧਰ, ਗੁਰ ਦੇ ਰਾਰੇ ਨੂੰ ਸਿਹਾਰੀ ਹੈ ਗੁਰ ਨੇ, ਗੁਰੂ ਰਾਮਦਾਸ ਜੀ, ਜਿਨ੍ਹਾਂ ਨੂੰ ਤੁਸੀਂ ਦਰ ਤੇ ਆਇਆਂ ਨੂੰ, ਜਿਹੜੇ ਇੱਕ ਰਸਨਾ ਤੋਂ ਤੁਹਾਡਾ ਨਾਮ ਉਚਾਰ ਕੇ ਜੁਗ ਜੋਰ ਕਰ ਦੋਏ ਹੱਥ ਜੋੜ ਕੇ ਤੁਹਾਡੇ ਦਰ ਤੇ ਖਲੋਤੇ, ਉਹਨਾਂ ਨੂੰ ਤੁਸੀਂ ਉੱਤਮ ਸ੍ਰੇਸ਼ਟ ਨਾਮ ਸ਼ਬਦ ਦੀ ਟੇਕ ਤੁਸੀਂ ਉਹਨਾਂ ਨੂੰ ਦੇ ਕੇ ਰਿੱਧ ਧਰ, ਉਹਨਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਟਿਕਾ ਦਿੱਤਾ, ਪਰਮੇਸ਼ਵਰ ਦਾ ਸੱਚਾ ਨਾਮ ਉਹਨਾਂ ਦੇ ਹਿਰਦੇ ਵਿੱਚ ਟਿਕਾ ਦਿੱਤਾ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਤੁਸੀਂ ਸ਼ਬਦ ਟਿਕਾਇਆ, ਉਹਨਾਂ ਨੇ ਮਨ ਬਚ ਕਰਮ ਕਰਕੇ ਇੱਕ ਨੂੰ ਮੰਨ ਲਿਆ, ਔਰ ਇੱਕ ਨੂੰ ਜਿਹਨੇ ਜਾਣ ਲਿਆ ਮੰਨ ਲਿਆ, ਉਹ ਕਦੇ ਵੀ ਆਪਣੇ ਮਨ ਵਿੱਚ ਹਿਰਦੇ ਵਿੱਚ ਦੂਜੇ ਦਾ ਧਿਆਨ ਧਰਦਾ ਹੀ ਨਹੀਂ ਹੈ। ਨਲ ਕਵ ਪਾਰਸ ਪਰਸ ਕੱਚ ਕੰਚਨਾ ਹੋਏ ਚੰਦਨਾ, ਸੁਬਾਸ ਜਾਸ ਸਿਮਰਤ ਅਨਤਰ। ਤੇ ਜਿਨੇ ਗੁਰੂ ਰਾਮਦਾਸ ਜੀ, ਜਿਨ੍ਹਾਂ ਨੂੰ ਤੁਸੀਂ ਸ੍ਰੇਸ਼ਟ ਉੱਤਮ ਨਾਮ ਸ਼ਬਦ ਦੇ ਰੂਪ ਵਿੱਚ ਦੇ ਕੇ ਉਹਨਾਂ ਦੇ ਰਿੱਧ ਧਰ ਹਿਰਦੇ ਵਿੱਚ ਉਹ ਸ਼ਬਦ ਜਿਹੜਾ ਸੀ ਧਰ ਦਿੱਤਾ, ਭਾਵ ਹਿਰਦੇ ਵਿੱਚ ਸ਼ਬਦ ਵਸ ਗਿਆ। ਉਹਨਾਂ ਨੇ ਆਪਣੇ ਜੀਵਨ ਵਿੱਚ ਇੱਕ ਦੀ ਟੇਕ ਲੈ ਲਈ, ਦੂਜੇ ਦਾ ਧਿਆਨ ਹੀ ਨਹੀਂ ਉਹਨਾਂ ਨੇ ਧਰਿਆ। ਤੇ ਨਲ ਕਵ ਜਿਹੜਾ ਕਵੀ ਨਲ ਦੇ ਰੂਪ ਵਿੱਚ, ਭੱਟ ਨਲ ਦੇ ਰੂਪ ਵਿੱਚ ਕਹਿ ਰਹੇ ਨੇ, ਕਹਿੰਦੇ ਪਾਰਸ ਪਰਸ ਕੱਚ ਕੰਚ ਨਾ ਹੋਏ। ਜਿਵੇਂ ਪਾਰਸ ਨੂੰ ਪਰਸ ਕੇ, ਪਾਰਸ ਨੂੰ ਪਰਸ ਕਹਿੰਦੇ ਆ ਛੂ ਕੇ, ਜਿਵੇਂ ਪਾਰਸ ਨੂੰ ਛੂ ਕੇ ਕੱਚ ਕੰਚਨਾ ਹੋਏ, ਕਹਿੰਦੇ ਕੱਚ ਵੀ ਕੰਚਨ ਹੋ ਜਾਂਦਾ ਹੈ। ਜਿਵੇਂ 8 ਧਾਤਾਂ ਨੂੰ ਜਿਹੜਾ ਪਾਰਸ ਹੈ ਇਹਨੂੰ ਜਿਹੜਾ ਛੁਆ ਦਿੱਤਾ ਜਾਏ, 8 ਧਾਤਾਂ ਸੋਨੇ ਵਰਗੀਆਂ ਹੋ ਜਾਂਦੀਆਂ ਨੇ, ਸ਼ੁੱਧ ਹੋ ਜਾਂਦੀਆਂ। ਇਸੇ ਤਰ੍ਹਾਂ ਗੁਰੂ ਸਾਹਿਬ ਜਿਹੜਾ ਤੁਹਾਡੇ ਦਰ ਤੇ ਆਇਆ, ਦੋਏ ਹੱਥ ਜੋੜ ਕੇ ਅਰਦਾਸ ਕੀਤੀ, ਉਹਨਾਂ ਨੂੰ ਤੁਸੀਂ ਸ਼ਬਦ ਦੀ ਟੇਕ ਦੇ ਕੇ ਇਸ ਤਰ੍ਹਾਂ ਦਾ ਬਣਾ ਦਿੱਤਾ, ਜਿਵੇਂ ਪਾਰਸ ਨੂੰ ਛੂ ਕੇ
ਕਹਿੰਦੇ 8 ਧਾਤਾਂ ਸੋਨੇ ਵਰਗੀਆਂ ਹੋ ਜਾਂਦੀਆਂ ਨੇ। ਤੁਹਾਡੇ ਦਰ ਤੇ ਵੀ ਜਿਹੜਾ ਆਇਆ ਲੋਹੇ ਦੀ ਤਰ੍ਹਾਂ ਗਲਿਆ ਹੋਇਆ, ਉਹਨੂੰ ਸ਼ਬਦ ਨਾਲ ਜੋੜ ਕੇ ਤੁਸੀਂ ਉਹਨੂੰ ਸੋਨੇ ਦੀ ਤਰ੍ਹਾਂ ਸ਼ੁੱਧ ਕਰ ਦਿੱਤਾ। ਇੱਕ ਸੋਨੇ ਦੀ ਤਰ੍ਹਾਂ ਸ਼ੁੱਧ ਕਰ ਦਿੱਤਾ, ਦੂਸਰਾ ਚੰਦਨ ਸੁਭਾਸ ਜਾਸ ਸਿਮਰਤ ਅਨ ਤਰ। ਚੰਦਨ ਕਹਿੰਦੇ ਜਿਹਦੇ ਵਿੱਚ ਖੁਸ਼ਬੂ ਹੁੰਦੀ ਹੈ, ਜਿਹਦੇ ਵਿੱਚ ਠੰਡਕ ਹੁੰਦੀ ਹੈ। ਬਾਸ ਕਹਿੰਦੇ ਨੇ ਖੁਸ਼ਬੂ। ਕਹਿੰਦੇ ਜਿਹੜੀ ਚੰਗੀ ਖੁਸ਼ਬੂ ਚੰਦਨ ਵਿੱਚੋਂ ਆਉਂਦੀ ਆ ਨਾ, ਉਹਦੇ ਆਸ-ਪਾਸ ਜਿੰਨੇ ਵੀ ਹੁੰਦੇ ਨੇ ਉਹ ਸਾਰਿਆਂ ਨੂੰ ਚੰਦਨ ਦੀ ਖੁਸ਼ਬੂ, ਸਿਰਫ ਇੱਕ ਬਾਂਸ ਨੂੰ ਛੱਡ ਕੇ ਬਾਕੀ ਸਾਰੇ ਚੰਦਨ ਦੀ ਖੁਸ਼ਬੂ ਨੂੰ ਲੈ ਕੇ ਮਹਿਕ ਜਾਂਦੇ ਨੇ। ਇਸੇ ਤਰ੍ਹਾਂ ਜਿਹੜੇ ਤੁਹਾਡੇ ਦਰ ਤੇ ਆਏ ਉਹਨਾਂ ਨੂੰ ਤੁਸੀਂ ਗੁਰਬਾਣੀ ਦੀ ਖੁਸ਼ਬੂ ਦੇ ਕੇ ਉਹਨਾਂ ਦੇ ਅੰਦਰ ਗੁਰਬਾਣੀ ਦੀ ਖੁਸ਼ਬੂ ਭਰ ਦਿੱਤੀ, ਗੁਰਬਾਣੀ ਦੀ ਠੰਡਕ ਉਹਨਾਂ ਦੇ ਅੰਦਰ ਭਰ ਦਿੱਤੀ। ਉਹਨਾਂ ਨੂੰ ਗੁਰਬਾਣੀ ਰੂਪੀ ਪਾਰਸ ਦੇ ਕੇ ਉਹਦੇ ਨਾਲ ਮਨ ਉਹਨਾਂ ਦਾ ਜੋੜ ਕੇ ਤੁਸੀਂ ਉਹਨਾਂ ਨੂੰ ਕੰਚਨ ਵਰਗਾ ਕਰ ਦਿੱਤਾ। ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਅਸੀਂ ਲੋਹੇ ਦੀ ਤਰ੍ਹਾਂ ਆਏ ਤੇ ਗੁਰੂ ਸਾਹਿਬ ਤੁਸੀਂ ਉਹਨਾਂ ਨੂੰ ਸ਼ਬਦ ਨਾਲ ਜੋੜ ਕੇ ਚੰਦਨ ਵਰਗੀ ਖੁਸ਼ਬੂ ਵੀ ਦਿੱਤੀ, ਠੰਡਕ ਵੀ ਦਿੱਤੀ, ਔਰ ਉਹਨਾਂ ਨੂੰ ਸੋਨੇ ਦੀ ਤਰ੍ਹਾਂ ਵੀ ਤੁਸੀਂ ਬਣਾਇਆ ਹੈ। ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ। ਜੀ ਹੋ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ। ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨੇ ਤੁਹਾਡੇ ਦਰ ਤੇ ਆ ਕੇ ਕਿਹਾ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ, ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ। ਜਿਨੇ ਆ ਕੇ ਇਹ ਕਿਹਾ, ਜਾ ਕੇ ਦੇਖਤ ਦੁਆਰੇ, ਦੁਆਰੇ ਜਿਹੜਾ ਤੁਹਾਡੇ ਦੁਆਰੇ ਆਇਆ, ਤੁਸੀਂ ਉਹਨਾਂ ਨੂੰ ਮਿਹਰ ਦੀ ਨਜ਼ਰ ਨਾਲ ਵੇਖਿਆ। ਤੁਸੀਂ ਉਹਨਾਂ ਨੂੰ ਮਿਹਰ ਦੀ ਨਜ਼ਰ ਨਾਲ ਜਦੋਂ ਦੇਖਿਆ ਤਾਂ ਕੀ ਹੋਇਆ? ਕਾਮ ਕ੍ਰੋਧ ਹੀ ਨਿਵਾਰੇ। ਉਹਨਾਂ ਦੇ ਅੰਦਰੋਂ ਕਾਮ ਤੇ ਕ੍ਰੋਧ ਜਿਹੜੇ ਸੀ ਉਹ ਦੂਰ ਹੋ ਗਏ। ਉਹਨਾਂ ਦੇ ਜੀਵਨ ਵਿੱਚੋਂ ਕਾਮ ਤੇ ਕ੍ਰੋਧ ਜਿਹੜੇ ਸੀ ਉਹ ਸਦਾ ਲਈ ਉਹਨਾਂ ਤੋਂ ਦੂਰ ਹੋ ਗਏ। ਇਸ ਲਈ ਜਿਨ੍ਹਾਂ ਦੇ ਅੰਦਰੋਂ ਕਾਮ ਤੇ ਕ੍ਰੋਧ ਦੀ ਨਿਵਰਤੀ ਹੋ ਗਈ, ਜਿਨ੍ਹਾਂ ਨੂੰ ਤੁਸੀਂ ਦੁਆਰੇ ਆਇਆਂ ਨੂੰ ਆਪਣੀ ਮਿਹਰ ਦੀ ਨਜ਼ਰ ਨਾਲ ਤੱਕਿਆ ਤੇ ਸ਼ਬਦ ਦੀ ਟੇਕ ਦੇ ਕੇ ਸੱਚੇ ਨਾਮ ਦੇ ਨਾਲ ਜੋੜਿਆ, ਉਹਨਾਂ ਨੂੰ ਸਤਿਗੁਰੂ ਤੁਸੀਂ ਜਿਹੜਾ ਸੀ ਉਹ ਸੋਨੇ ਦੀ ਤਰ੍ਹਾਂ ਖਰਾ ਕਰ ਦਿੱਤਾ। ਉਹਨਾਂ ਅੰਦਰ ਗੁਰਬਾਣੀ ਦੀ ਖੁਸ਼ਬੂ ਭਰ ਕੇ ਉਹਨਾਂ ਦੇ ਅੰਦਰੋਂ ਵਿਕਾਰਾਂ ਦੀ ਗੰਦਗੀ ਨੂੰ ਖਤਮ ਕਰ ਦਿੱਤਾ। ਉਹ ਫਿਰ ਕੀ ਕਹਿੰਦੇ ਨੇ? ਹਉ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ। ਇਹ ਸਤਿਗੁਰੂ ਜੀ ਮੈਂ ਤੁਹਾਡੇ ਦਰ ਤੋਂ ਵੀ ਬਲਿਹਾਰੇ ਜਾਵਾਂ ਔਰ ਤੁਹਾਡੇ ਇਸ ਦਰ ਤੋਂ ਮਿਲਣ ਵਾਲਾ ਸੱਚਾ ਨਾਮ ਜਿਹੜਾ ਹੈ ਉਹਦੇ ਤੋਂ ਵੀ ਮੈਂ ਸੱਦ ਕੇ ਬਲਿਹਾਰੇ ਜਾਵਾਂ, ਕਿਉਂਕਿ ਤੁਹਾਡੇ ਦਰ ਤੇ ਆ ਕੇ ਬਖਸ਼ਿਸ਼ਾਂ ਮਿਲਦੀਆਂ ਨੇ ਤੇ ਸੱਚੇ ਨਾਮ ਨਾਲ ਜੁੜ ਕੇ ਵਿਕਾਰਾਂ ਦੀ ਮੱਲ ਅੰਦਰੋਂ ਨਿਕਲਦੀ ਹੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਛੁਟਕਾਰਾ ਮਿਲਦਾ ਹੈ ਤੇ ਨਿਰੰਕਾਰ ਦੇ ਵਿੱਚ ਚਰਨਾਂ ਵਿੱਚ ਲੀਨ ਹੋਣ ਦੀ ਜੁਗਤੀ ਮਿਲਦੀ ਹੈ। ਇਸ ਲਈ ਸਤਿਗੁਰੂ ਤੁਹਾਡੇ ਤੋਂ ਵੀ ਬਲਿਹਾਰੇ ਜਾਈਏ ਔਰ ਤੁਹਾਡੇ ਦਰ ਤੇ ਮਿਲਣ ਵਾਲੀ ਸੱਚੀ ਬਾਣੀ ਜਿਹੜੀ ਹੈ ਇਹਦੇ ਤੋਂ ਵੀ ਆਪਾਂ ਸੱਦ ਕੇ ਜਾਈਏ। ਜਿਹਨੂੰ ਸਮਝ ਆਈ ਉਹੀ ਇਹ ਫਿਰ ਕਹਿੰਦਾ ਹੈ ਕਿ ਮੈਂ ਐਸੇ ਗੁਰੂ ਦਾ ਦਰ ਭਾਗਾਂ ਨਾਲ ਪਾ ਲਿਆ ਜਿਹਨੇ ਮੈਨੂੰ ਭੁੱਲੇ ਭਟਕੇ ਨੂੰ ਸਿੱਧੇ ਮਾਰਗ ਤੇ ਪਾਇਆ ਹੈ। ਜੇ ਅਸੀਂ ਗੁਰੂ ਨੂੰ ਸਮਝ ਲਿਆ ਤੇ ਗੁਰੂ ਸਾਹਿਬ ਕੋਲੋਂ ਬਖਸ਼ਿਸ਼ਾਂ ਲਈਆਂ, ਆਪਾਂ ਤੇ ਗੁਰੂ ਸਾਹਿਬ ਤੋਂ ਬਲਿਹਾਰੇ ਜਾ ਕੇ ਕਹਿਣਾ ਹੀ ਕਹਿਣਾ ਹੈ, ਪਰ ਦੁਨੀਆ ਨੂੰ ਵੀ ਆਪਾਂ ਦੱਸਣਾ ਹੈ ਕਿ ਐਸੇ ਗੁਰੂ ਤੋਂ ਬਲਿਹਾਰੇ ਜਾਓ। ਐਸੇ ਗੁਰੂ ਦੀ ਪ੍ਰਾਪਤੀ ਕਰਕੇ ਅੰਦਰੋਂ ਖੇੜਾ ਖੁਸ਼ੀਆਂ ਪ੍ਰਾਪਤ ਕਰਕੇ ਆਪਣੀ ਰਸਨਾ ਤੋਂ ਗਾਓ। ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ।
ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਅੱਜ ਦੇ ਅੰਮ੍ਰਿਤਮਈ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਅੱਗੇ ਤੋਂ ਮਿਹਰ ਦਾ ਹੱਥ ਰੱਖਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ, ਬਾਣੇ ਬਾਣੀ ਦੇ ਧਾਰਨੀ ਬਣਾ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣ ਸਕੇ। ਭੱਟ ਨਲ ਜੀ ਨੇ ਜੋ ਪਾਵਨ ਬਚਨ ਉਚਾਰੇ ਨੇ, ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਜਾ ਕੇ ਦੇਖਤ ਦੁਆਰੇ, ਕਾਮ ਕ੍ਰੋਧ ਹੀ ਨਿਵਾਰੇ। ਜੀ ਹਉ ਬਲ ਬਲ ਜਾਓ, ਸਤਿਗੁਰ ਸਾਚੇ ਨਾਮ ਪਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।